ਲਈ ਪ੍ਰਾਰਥਨਾ। ਅਣਗਿਣਤ ਬੁਰਾਈਆਂ ਨੇ ਮੈਨੂੰ ਘੇਰ ਲਿਆ ਹੈ। ਮੇਰੇ ਕੁਕਰਮਾਂ ਨੇ ਮੈਨੂੰ ਇੱਥੋਂ ਤੱਕ ਦਬਾ ਦਿੱਤਾ ਹੈ ਕਿ ਮੈਂ ਉਤਾਂਹ ਨਜ਼ਰ ਵੀ ਨਹੀਂ ਚੁੱਕ ਸਕਦਾ। ਮੇਰੇ ਬੁਰੇ ਕੰਮ ਮੇਰੇ ਸਿਰ ਦੇ ਵਾਲਾਂ ਤੋਂ ਵੀ ਅਧਿਕ ਹਨ। ਮੈਂ ਪਾਗਲ ਹੋ ਉੱਠਿਆ ਹਾਂ। हे ਪ੍ਰਭੂ, ਆਪਣੀ ਕਿਰਪਾ ਨਾਲ ਤੂੰ ਮੈਨੂੰ ਬਚਾ। ਤੂੰ ਮੇਰੀ ਮਦਦ ਤੁਰੰਤ ਕਰ। ਜੋ ਲੋਕ ਮੇਰੀ ਜਾਨ ਲੈਣ ਦੇ ਪਿੱਛੇ ਪਏ ਹਨ, ਤੂੰ ਉਹਨਾਂ ਨੂੰ ਸ਼ਰਮਿੰਦਿਆਂ ਕਰ। ਤੂੰ ਉਹਨਾਂ ਦੀ ਮੱਤ ਮਾਰ ਦੇ ਜੋ ਮੇਰਾ ਬੁਰਾ ਚਾਹੁੰਦੇ ਹਨ। ਤੂੰ ਉਹਨਾਂ ਨੂੰ ਹਾਰ ਦੇ ਅਤੇ ਅਪਮਾਨਿਤ ਕਰ। ਜੋ ਲੋਕ ਮੇਰੇ ਤੇ ਵਿਅੰਗ ਕੱਸਦੇ ਹਨ, ਉਹ ਆਪਣੀ ਸ਼ਰਮਿੰਦਗੀ ਕਾਰਨ ਖਤਮ ਹੋ ਜਾਣ। ਪਰ ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਵਿੱਚ ਆਨੰਦਿਤ ਅਤੇ ਖੁਸ਼ ਹੋਣ। ਉਹ ਤੇਰੀ ਮੁਕਤੀ ਨੂੰ ਪਿਆਰ ਕਰਦੇ ਹਨ ਅਤੇ ਲਗਾਤਾਰ ਇਸ ਤਰ੍ਹਾਂ ਕਹਿੰਦੇ ਹਨ, ਪ੍ਰਭੂ ਮਹਾਨ ਹੈ। ਮੈਂ ਗਰੀਬ ਅਤੇ ਲੋੜਵੰਦ ਹਾਂ। ਤੂੰ हे ਪ੍ਰਭੂ ਮੇਰੀ ਚਿੰਤਾ ਕਰਦਾ ਹੈ। ਤੂੰ ਮੇਰਾ ਮਦਦਗਾਰ ਅਤੇ ਛੁਟਕਾਰਾ ਦੇਣ ਵਾਲਾ ਹੈ। हे ਪਰਮੇਸ਼ਰ, ਤੂੰ ਦੇਰ ਨਾ ਕਰ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਇਸ ਦੇ ਵਿੱਚ ਥੋੜ੍ਹੀਆਂ ਚੀਜ਼ਾਂ ਅੱਜ ਅਸੀਂ ਦੇਖਾਂਗੇ। ਅਸੀਂ ਜਿਹੜੇ ਭੈਣ ਭਰਾ ਥੋੜ੍ਹੇ ਲੇਟ ਆਏ ਆ, ਅਸੀਂ 40ਵਾਂ ਜ਼ਬੂਰ ਦੇਖਦੇ ਪਏ ਸੀਗੇ। ਔਰ ਕਿਉਂਕਿ ਜਿਹੜਾ ਸਾਡਾ ਅੱਜ ਦਾ ਜਿਹੜਾ ਵਿਸ਼ਾ ਆ, ਇਹ ਇੱਕ ਐਸੀਆਂ ਆਇਤਾਂ ਦਾ ਵਿਸ਼ਾ ਆ ਜਿਸ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਵੱਖਰੇ ਵੱਖਰੇ ਢੰਗ ਦੇ ਨਾਲ ਦੱਸਿਆ ਜਾਂਦਾ। ਲੇਕਿਨ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਉਸ ਨੂੰ ਖੋਲਾਂਗੇ ਔਰ ਉਸ ਦੇ ਨਾਲ ਸਾਨੂੰ ਮਦਦ ਮਿਲੇਗੀ। ਔਰ ਉਸ ਦੇ ਨਾਲ ਮੈਨੂੰ ਮਦਦ ਮਿਲੀ ਬਹੁਤ ਸਾਰਿਆਂ ਤਰੀਕਿਆਂ ਦੇ ਨਾਲ। ਮੈਂ ਵੀ ਉਹਨਾਂ ਚੀਜ਼ਾਂ ਨੂੰ ਦੇਖਿਆ, ਲੇਕਿਨ ਉਹ ਮੇਰੇ ਮਨ ਨੂੰ, ਮੇਰੇ ਦਿਲ ਨੂੰ ਭਾਈਆਂ ਨੇ ਔਰ ਅੱਜ ਅਸੀਂ ਉਹਨਾਂ ਨੂੰ ਦੇਖਾਂਗੇ। ਇਸ ਤੋਂ ਪਹਿਲਾਂ ਅਸੀਂ ਅੱਗੇ ਵਧੀਏ। ਆਓ, ਅਗਰ ਕੋਈ ਭੈਣ ਭਰਾ ਸ਼ੁਕਰਗੁਜ਼ਾਰੀ ਕਰਨਾ ਮੰਗਦਾ ਜਾਂ ਕੋਈ ਮੰਗਦਾ ਕਿ ਦੁਆ ਕੀਤੀ ਜਾਏ, ਦਿਸ ਇਜ਼ ਦ ਟਾਈਮ। ਪਾਸਟਰ ਜੀ, ਮੈਂ ਦੁਆ ਕਰਨੀ ਚਾਹੁੰਦੀ ਹਾਂ, ਨਾਲੇ ਸ਼ੁਕਰਗੁਜ਼ਾਰੀ ਕਰਨੀ ਚਾਹੁੰਦੀ ਹਾਂ। ਅੱਜ ਇੱਕ ਇਨਸੀਡੈਂਟ ਹੋਇਆ। ਮੈਂ ਹਲੇ ਸਿਸਟਰ ਕਿਮ ਨੂੰ ਮੈਸੇਜ ਕੀਤਾ ਹੀ ਸੀਗਾ, ਥੈਂਕ ਯੂ ਕੀਤਾ ਕਿ ਉਹਨਾਂ ਦੇ ਜੋ ਵੀ ਉਹ ਮੈਸੇਜ ਭੇਜਦੇ ਆ ਬਹੁਤ ਵਧੀਆ ਲੱਗਦੇ ਆ, ਪਾਵਰਫੁਲ ਲੱਗਦੇ ਆ। ਤੇ ਬਲੀਵ ਕਰਿਓ ਕਿ ਹਲੇ ਮੈਂ ਮੈਸੇਜ ਭੇਜਿਆ, ਉਸੇ ਵੇਲੇ ਘਰੋਂ ਮੈਸੇਜ ਆ ਗਿਆ। ਇੱਕ ਮੈਸੇਜ ਆ, 2 ਆ। ਸਿੰਮੀ ਦੀ ਤੇ ਮਾਨਵ ਦੀ ਕਨਵਰਸੇਸ਼ਨ ਚੱਲੀ ਗਈ, ਪਤਾ ਨਹੀਂ ਮਿਲੀਅਨ ਟੈਕਸਟ ਆਏ ਹੋਣੇ ਅੱਜ। ਉਹਨਾਂ ਦੀ ਲੜਾਈ ਇੰਨੀ ਵਧੀਆ ਸੀਗੀ ਤੇ ਜਿੱਦਾਂ ਉਹ ਪੜ੍ਹਦੇ ਸਾਰੇ ਮੇਰੀ ਜਿੱਦਾਂ ਸਰੀਰ ਨੂੰ ਏਦਾਂ ਕੰਬਣੀ ਲੱਗ ਰਹੀ ਸੀ ਕਿ ਘਰ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ ਕਰਕੇ। ਮਾਨਵ ਕਹਿ ਰਿਹਾ ਸੀ ਕਿ ਮੈਂ ਸਾਰਾ ਘਰ ਤਹਿਸ ਨਹਿਸ ਕਰ ਦੇਣਾ ਅੱਜ। ਤੇ ਮੈਂ ਜਿੱਦਾਂ ਪਹਿਲਾਂ ਤਾਂ ਮੈਨੂੰ ਘਬਰਾਹਟ ਹੋਈ, ਪਰ ਫਿਰ ਬਾਅਦ ਵਿੱਚ ਮੈਂ ਬੈਠ ਕੇ ਦੁਆ ਕੀਤੀ। ਮੈਂ ਇਹੀ ਕਿਹਾ ਕਿ ਪ੍ਰਭੂ, ਜਿੱਥੇ ਅਸੀਂ ਨਹੀਂ ਆ ਉੱਥੇ ਤੂੰ ਆ। ਤੇ ਮੈਨੂੰ ਤੇਰਾ ਵਾਅਦਾ ਚੇਤਾ ਆ ਕਿ ਤੂੰ ਕਿਹਾ ਆ ਕਿ ਤੂੰ ਮੇਰੇ ਵਿੱਚ ਰਹਿ, ਮੈਂ ਤੈਨੂੰ ਤੇ ਤੇਰੇ ਘਰਾਣੇ ਨੂੰ ਬਚਾਊਂਗਾ। ਤੇ ਮੈਂ ਪ੍ਰਭੂ ਨੂੰ ਇਹੀ ਕਿਹਾ ਕਿ ਅੱਜ ਮੇਰਾ ਘਰਾਣਾ ਬਹੁਤ ਮੁਸੀਬਤ ਵਿੱਚ ਹੈ, ਜਿੱਥੇ ਮੈਂ ਨਹੀਂ ਹੈਗੀ ਪਰ ਮੇਰਾ ਪ੍ਰਭੂ ਹੈਗਾ। ਸੋ ਮੈਂ ਆਪਣੇ ਪਰਿਵਾਰ ਨੂੰ ਪ੍ਰਭੂ ਦੇ ਹੱਥਾਂ ਵਿੱਚ ਦਿੱਤਾ ਤੇ ਬਸ ਪ੍ਰਭੂ ਤੋਂ ਇੰਨਾ ਕਿ ਮੰਗਿਆ ਕਿ ਜਦੋਂ ਮੈਂ ਘਰ ਜਾਵਾਂ 5-7 ਘੰਟਿਆਂ ਬਾਅਦ ਮੈਨੂੰ ਪ੍ਰਭੂ ਦੀ ਹਜ਼ੂਰੀ ਮਹਿਸੂਸ ਹੋਵੇ। ਮੈਂ ਜਦੋਂ ਘਰ ਦੇ ਅੰਦਰ ਪੈਰ ਰੱਖਾਂ, ਮੈਨੂੰ ਅਹਿਸਾਸ ਹੋਵੇ ਕਿ ਹਾਂ, ਮੇਰੇ ਪ੍ਰਭੂ ਨੇ ਮੇਰੇ ਨਾ ਹੁੰਦਿਆਂ ਹੋਇਆਂ ਇੱਥੇ ਸਾਰਾ ਕੁਝ ਠੀਕ ਕੀਤਾ ਆ। ਮੈਨੂੰ ਪ੍ਰਭੂ ਦੀ ਹਜ਼ੂਰੀ ਮਹਿਸੂਸ ਹੋਵੇ ਅੱਜ। ਤੇ ਬਲੀਵ ਕਰਿਓ, ਜਦੋਂ ਮੈਂ ਘਰ ਆਈ ਹਾਂ, ਮਾਨਵ ਘਰ ਹੈ ਨਹੀਂ ਸੀ, ਪਰ ਮਾਨਵ ਨੇ ਖੁਦ ਮੈਨੂੰ ਮੈਸੇਜ ਕਰਕੇ ਕਿਹਾ ਕਿ ਮਾਮ, ਮੈਂ ਸਿੰਮੀ ਦਾ ਸਮਾਨ ਇੱਥੇ ਰੱਖਿਆ ਆ, ਮੈਂ ਉਹਨੂੰ ਸਿੱਟਿਆ ਨਹੀਂ, ਮੈਂ ਉਹਨੂੰ ਭੰਨਿਆ ਨਹੀਂ, ਮੈਂ ਸਿਰਫ ਡਰਾਵਾ ਦਿੱਤਾ ਸੀ ਤੇ ਤੁਸੀਂ ਮੇਰੇ ਰੂਮ ਚੋਂ ਜਾ ਕੇ ਉਹਦਾ ਸਮਾਨ ਚੱਕ ਲਓ। ਤੇ ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਕਿ ਉਹ ਵੱਡੇ ਤੋਂ ਵੱਡੇ ਦੁੱਖ 'ਚ ਵੀ ਸਾਡੇ ਨਾਲ ਖੜ ਕੇ ਸਾਨੂੰ ਨਾਲ ਲੈ ਤੁਰਦਾ ਆ। ਬਸ ਮੈਂ ਇਹੀ ਦੁਆ ਕਰਨੀ ਚਾਹੁੰਦੀ ਹਾਂ ਕਿ ਪ੍ਰਭੂ ਹਮੇਸ਼ਾ ਹਮੇਸ਼ਾ ਸਭ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਰਹੇ। ਆਮੀਨ। ਪ੍ਰਭੂ ਦਾ ਇਹ ਵੀ ਸ਼ੁਕਰ ਕਰਦੇ ਹਾਂ ਕਿ ਉਹਨਾਂ ਦੀ ਪੜਾਸ ਨਿਕਲ ਗਈ ਦੋਨਾਂ ਦੀ। ਇਹ ਵੀ ਬਹੁਤ ਜ਼ਰੂਰੀ ਹੁੰਦਾ ਮੇਰੀ ਪਿਆਰੀ ਭੈਣ, ਕਿਉਂਕਿ ਇੱਕ ਸਮਾਂ ਸੀ ਇਹ ਕਦੀ ਇੱਕ ਦੂਜੇ ਨਾਲ ਗੱਲ ਵੀ ਨਹੀਂ ਸੀ ਕਰਦੇ। ਕਿੰਨਾ ਚਿਰ ਇੱਕ ਦੂਜੇ ਨਾਲ ਬੋਲਦੇ ਹੀ ਨਹੀਂ ਸੀ। ਇਸ ਚੀਜ਼ ਦੇ ਲਈ ਵੀ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ। ਠੀਕ ਹੈ, ਨਹੀਂ ਉਹ ਬੁਰੀ ਚੀਜ਼ ਹੈ, ਇਹ ਇਟਸ ਨਾਟ ਗੁੱਡ। ਅਸੀਂ ਇਹ ਤਾਂ ਨਹੀਂ ਕਵਾਂਗੇ ਕਿ ਇੱਕ ਗੋਡਾ ਬੱਚੇ ਲੜਦੇ ਪਏ, ਪਰ it is still better than not talking to each other। ਠੀਕ। ਸੋ ਲੇਕਿਨ ਪ੍ਰਭੂ ਨੇ ਆਪਣਾ ਕੰਮ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਪ੍ਰਭੂ ਉਹਨਾਂ ਦੇ ਗੱਬੇ ਖੜਾ ਸੀ।
ਔਰ ਪ੍ਰਭੂ ਨੇ ਜੋ ਉਹਨੇ ਬੋਲਣਾ ਸੀ ਬੋਲ ਲੈਣ ਦਿੱਤਾ, ਜੋ ਭੈਣ ਨੇ ਆਪਣੇ ਭਰਾ ਨੂੰ ਕਹਿਣਾ ਸੀ ਉਹ ਕਹਿ ਲੈਣ ਦਿੱਤਾ। ਐਂਡ ਭੈਣ ਭਰਾ ਦਾ ਇੱਕ ਐਸਾ ਰਿਸ਼ਤਾ ਹੁੰਦਾ ਕਿ ਭਰਾ ਜਿਸ ਲਈ ਆਪਸ 'ਚ ਲੜਦੇ ਤਾਂ ਉਹ ਕਿਰੜ ਰੱਖਦੇ ਦਿਲ ਦੇ ਵਿੱਚ, ਪਰ ਭੈਣ ਭਰਾ ਨਹੀਂ ਰੱਖਦੇ। ਭੈਣ ਭਰਾ ਜਿਹੜੇ ਆਪਸ 'ਚ ਲੜਦੇ ਆ ਤੇ ਉਹ ਥੋੜੇ ਸਮੇਂ ਬਾਅਦ ਵਾਟਰ ਅੰਡਰ ਦਾ ਬ੍ਰਿਜ ਹੋ ਜਾਂਦਾ, ਜੋ ਪਾਣੀ ਨਿਕਲ ਗਿਆ। ਔਰ ਇਹ ਵੀ ਇਸ ਦੇ ਲਈ ਵੀ ਪ੍ਰਭੂ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਪ੍ਰਭੂ ਨੇ ਠੀਕ ਰੱਖਿਆ, ਵਧਿਆ ਨਹੀਂ, ਮਾਨਵ ਅਪੋਲੋਜੈਟਿਕ ਹੋਇਆ ਬਾਅਦ ਦੇ ਵਿੱਚ ਪ੍ਰਭੂ ਨੇ ਮ੍ਰਿਤਕ ਵਿੱਚ ਕੰਮ। ਸ਼ੁਕਰ ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਇਸ ਖਾਨਦਾਨ ਦੇ ਲਈ। ਇਸ ਖਾਨਦਾਨ ਦੇ ਵਿੱਚ ਤੂੰ ਬਹੁਤ ਵੱਡੇ ਵੱਡੇ ਮਿਰਾਕਲ ਕੀਤੇ ਆ ਮੇਰੇ ਪ੍ਰਭੂ, ਔਰ ਇਹ ਤੇਰੇ ਲਈ ਕੁਛ ਵੀ ਨਹੀਂ। ਇਹ ਸਿਰਫ ਪ੍ਰਭੂ ਜੀ ਉਸ ਬੱਚੇ ਨੂੰ, ਇਸ ਜ਼ਬੂਰ ਨੂੰ ਜਿਸ ਨੂੰ ਅਸੀਂ ਪੜ੍ਹ ਕੇ ਹਟੇ ਹਾਂ, 40ਵੇਂ ਜ਼ਬੂਰ ਨੂੰ, ਤੇ ਮੈਂ ਸਿਰ ਦੇ ਬਾਲਾਂ ਤੱਕ ਪਾਸ ਤੋਂ ਉੱਤੇ ਤੱਕ ਪਾਪਾਂ ਦੇ ਨਾਲ ਭਰ ਚੁੱਕਾ। ਔਰ ਪ੍ਰਭੂ ਜੀ ਸਿਰਫ ਉਸ ਨੂੰ ਇਹ ਬਸ ਸਮਾਂ ਆਉਣ ਦੀ ਜ਼ਰੂਰਤ ਹੈ ਜਿਸ ਵੇਲੇ ਖੁਦਾਵੰਦ ਤੂੰ ਉਸ ਨੂੰ ਉਸਦਾ ਪਾਪ ਦਿਖਾ ਦੇਣਾ, ਔਰ ਉਸਨੇ ਤੇਰੀ ਹਜ਼ੂਰੀ ਦੇ ਵਿੱਚ ਆਉਣਾ। ਇਸ ਦੇ ਲਈ ਪ੍ਰਭੂ ਜੀ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਦੇ ਪਏ ਹਾਂ। ਅਸੀਂ ਨਜ਼ਰਾਂ ਬਿਛਾ ਕੇ ਉਸ ਦਿਨ ਦਾ ਇੰਤਜ਼ਾਰ ਕਰਦੇ, ਜਿਸ ਤਰ੍ਹਾਂ ਪ੍ਰਭੂ ਜੀ ਇਹਨਾਂ ਨਬੀਆਂ ਨੇ ਆਪਣੀਆਂ ਨਜ਼ਰਾਂ ਬਿਛਾਈਆਂ ਸੀ ਕਿ ਯਿਸੂ ਕਦੋਂ ਆਏਗਾ। ਇਸੇ ਤਰ੍ਹਾਂ ਪ੍ਰਭੂ ਜੀ ਆਪਣੇ ਬੱਚੇ ਦੇ ਲਈ ਅਸੀਂ ਉਹ ਨਜ਼ਰਾਂ ਬਿਛਾ ਕੇ ਬੈਠੇ, ਔਰ ਤੂੰ ਰਹਿਮ ਕਰੇਗਾ ਮਸੀਹ ਯਿਸੂ ਦੇ ਮਿੱਠੇ ਔਰ bless you। आओ प्रभु दे वचन चलिए, चौथा भाग और इस दियां पहलियां 6 आयतां नूं असीं प्रभु दे वचन दे विच देखा, और देखो इस दे विच किस तरह प्रभु ने सानूं एक प्यारा घेरा पाया। सो आई नो दैट तुहाडे विच पढ़न दे लई तत्पर रहिंदे आ, इस करके मैं ये कहूँगा कि आओ अज पहला असीं चौथे भाग दियां 16 आयतां पढ़ीए जिस नूं मिल जाए। चौथा भाग 351 पन्ना। मैं पढ़ देना पास्टर हाँ जी, गो अहेड मेरा भैया। हाँ जी, सफा आएगा 351 जी। आपसियां दा ਸਰੀਰ ਦੀ ਏਕਤਾ। ਮੈਂ ਪ੍ਰਭੂ ਦਾ ਕੈਦੀ ਹੋਣ ਦੇ ਨਾਤੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਆਪਣਾ ਜੀਵਨ ਗੁਜ਼ਾਰੋ। ਹਮੇਸ਼ਾ ਦੀਨ, ਨਮਰ ਅਤੇ ਧੀਰਜਵਾਨ ਬਣੋ। ਇੱਕ ਦੂਜੇ ਨੂੰ ਪਿਆਰ ਕਰੋ। ਹਰ ਸਮੇਂ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਇੱਕ ਹੀ ਸਰੀਰ ਹੈ, ਇੱਕ ਹੀ ਆਤਮਾ ਹੈ। ਜਿਸ ਤਰ੍ਹਾਂ ਇੱਕ ਹੀ ਉਮੀਦ ਹੈ ਜਿਸ ਦੇ ਲਈ ਤੁਹਾਨੂੰ ਪਰਮੇਸ਼ਰ ਨੇ ਸੱਦਿਆ ਹੈ, ਜਿਸ ਦੇ ਲਈ ਤੁਹਾਨੂੰ ਪਰਮੇਸ਼ਰ ਨੇ ਸੱਦਿਆ ਹੈ। ਇੱਕ ਹੀ ਪ੍ਰਭੂ ਹੈ, ਇੱਕ ਹੀ ਵਿਸ਼ਵਾਸ ਹੈ, ਇੱਕ ਹੀ ਬਪਤਿਸਮਾ ਹੈ, ਇੱਕ ਹੀ ਪਰਮੇਸ਼ਰ ਹੈ ਜੋ ਸਭ ਦਾ ਪਿਤਾ ਹੈ। ਉਹੀ ਸਭ ਦਾ ਸੁਆਮੀ ਹੈ, ਸਭ ਵਿੱਚ ਕੰਮ ਕਰਦਾ ਹੈ ਅਤੇ ਸਭ ਵਿੱਚ ਵਾਸ ਕਰਦਾ ਹੈ। ਮਸੀਹ ਨੇ ਆਪਣੀ ਕਿਰਪਾ ਨਾਲ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਹਿੱਸੇ ਅਨੁਸਾਰ ਦਾਤ ਦਿੱਤੀ ਹੈ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ, ਜਦੋਂ ਉਹ ਉਚਾਈਆਂ ਤੇ ਚੜ੍ਹ ਗਿਆ ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਿਆ। ਉਸਨੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ। ਉਚਾਈਆਂ ਤੇ ਚੜ੍ਹ ਗਿਆ ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਧਰਤੀ ਦੇ ਹੇਠਲੇ ਭਾਗਾਂ ਵਿੱਚ ਗਿਆ। ਇਸ ਲਈ ਜੋ ਹੇਠਾਂ ਗਿਆ ਉਹੀ ਹੈ ਜੋ ਉੱਪਰ ਸਭ ਅਸਮਾਨਾਂ ਵਿੱਚ ਵੀ ਗਿਆ, ਕਿ ਉਹ ਸਭ ਨੂੰ ਪੂਰਨ ਕਰੇ। ਉਸਨੇ ਸਭ ਨੂੰ ਵੱਖ-ਵੱਖ ਦਾਤਾਂ ਦਿੱਤੀਆਂ, ਕੁਝ ਨੂੰ ਰਸੂਲ ਹੋਣ ਦਾ, ਕੁਝ ਨੂੰ ਨਬੀ ਹੋਣ ਦਾ, ਕੁਝ ਨੂੰ ਸੰਦੇਸ਼ ਵਾਹਕ ਹੋਣ ਦਾ, ਕੁਝ ਨੂੰ ਆਪਣੇ ਲੋਕਾਂ ਦੇ ਚਰਵਾਹੇ ਹੋਣ ਦਾ ਅਤੇ ਕੁਝ ਨੂੰ ਸਿੱਖਿਅਕ ਹੋਣ ਦਾ। ਇਹ ਸਭ ਦਾਤਾਂ ਉਸਨੇ ਦਿੱਤੀਆਂ ਕਿ ਉਹ ਸਭ ਪਰਮੇਸ਼ਰ ਦੇ ਲੋਕਾਂ ਨੂੰ ਸੇਵਾ ਲਈ ਤਿਆਰ ਕਰਨ, ਜਿਸ ਵਿੱਚ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ, ਇੱਥੋਂ ਤੱਕ ਕਿ ਅਸੀਂ ਸਭ ਉਸ ਏਕਤਾ ਨੂੰ ਪ੍ਰਾਪਤ ਕਰੀਏ ਜੋ ਉਸ ਤੇ ਵਿਸ਼ਵਾਸ ਕਰਨ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਜਾਣਨ ਦੁਆਰਾ ਮਿਲਦੀ ਹੈ। ਇਹ ਹੁਣ ਤੇ ਅਸੀਂ ਆਪਣੀ ਪੂਰੀ ਮਨੁੱਖਤਾ ਨੂੰ ਪਹੁੰਚਾਂਗੇ, ਅਰਥਾਤ ਉਸ ਪੂਰਨਤਾ ਨੂੰ ਜੋ ਮਸੀਹ ਤੋਂ ਮਿਲਦੀ ਹੈ। ਫਿਰ ਅਸੀਂ ਬੱਚੇ ਨਹੀਂ ਰਹਾਂਗੇ ਜੋ ਹਰ ਤਰ੍ਹਾਂ ਦੀਆਂ ਝੂਠੀ ਸਿੱਖਿਆਵਾਂ, ਮਕਰ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੇ ਨਾਲ ਇੱਧਰ ਉੱਧਰ ਭਟਕਦੇ ਹਨ। ਸਗੋਂ ਅਸੀਂ ਆਪਣੇ ਜੀਵਨ ਦਾ ਆਧਾਰ ਸੱਤ ਅਤੇ ਪਿਆਰ ਨੂੰ ਬਣਾਵਾਂਗੇ।
ਕਿ ਅਸੀਂ ਮਸੀਹ ਦੀ ਸੰਗਤ ਵਿੱਚ ਹੋਰ ਵੱਧਦੇ ਜਾਈਏ। ਉਹੀ ਸਾਡਾ ਸਿਰ ਹੈ, ਉਸੇ ਵਿੱਚ ਸਾਰੇ ਅੰਗਾਂ ਦੀ ਏਕਤਾ ਕਾਇਮ ਰਹਿੰਦੀ ਹੈ। ਉਸ ਦੇ ਵਿੱਚ ਰਹਿ ਕੇ ਹਰ ਅੰਗ ਕੰਮ ਕਰਦਾ ਹੈ, ਜਿਸ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਹੈ। ਬਸ ਇੱਥੇ ਤੱਕ ਹੀ ਜੀ। ਹਾਂਜੀ, ਉਸਰਦਾ ਜਾਂਦਾ ਹੈ, ਉਸਰਦਾ ਜਾਂਦਾ ਹੈ। ਪ੍ਰਭੂ ਦੇ ਇਸ ਵਚਨ ਦੇ ਵਿੱਚ ਅਸੀਂ ਇਹ ਜਿਹੜਾ ਇੱਕ ਦਾ ਕਿ ਇੱਕ ਦੇ ਨਾਲ ਸਭ ਕੁਝ ਚੱਲਿਆ ਆ ਰਿਹਾ, ਇੱਕ ਨੇ ਸਭ ਕੁਝ ਕੀਤਾ, ਉਹ ਜਿਹੜਾ ਇੱਕ ਉਹ ਬਾਪ ਆ, ਉਹ ਬੇਟਾ ਆ, ਉਹ ਪਵਿੱਤਰ ਆਤਮਾ, ਕਿ ਉਹ ਸਾਡੀ ਜ਼ਰੂਰਤ ਦੇ ਸਮੇਂ ਸਾਨੂੰ ਜਿਸ ਦੀ ਜ਼ਰੂਰਤ ਹੁੰਦੀ ਆ ਉਹ ਉਸ ਦਾ ਉਹ ਰੂਪ ਸਾਡੇ ਨਾਲ, ਲੇਕਿਨ ਉਹ ਇੱਕ। ਇਸ ਦਾ ਜਿਹੜਾ ਸ਼ੁਰੂਆਤ ਹੋਈ ਹੈ ਉਹ ਐਕਚੁਅਲੀ ਦੂਜੇ ਚੈਪਟਰ ਤੋਂ ਹੀ ਹੋ ਗਈ ਸੀ। ਜਿਸ ਵੇਲੇ ਅਸੀਂ ਦੂਸਰੇ ਚੈਪਟਰ ਦੇ ਵਿੱਚ ਸੀ ਤਾਂ ਉਸ ਵੇਲੇ ਸਾਨੂੰ ਇੱਕ ਕੌਮ ਦਾ ਦੱਸਿਆ ਗਿਆ ਸੀ। ਅਗਰ ਅਸੀਂ ਦੂਸਰੇ ਚੈਪਟਰ ਦੀ 12 ਆਇਤ ਨੂੰ ਦੇਖੀਏ ਤਾਂ ਉੱਥੇ ਅਸੀਂ ਇਹ ਦੇਖਦੇ ਹਾਂ, ਮੈਂ 11 ਤੋਂ ਪੜ੍ਹੂੰਗਾ, ਕਿ ਇਹ ਯਾਦ ਰੱਖੋ ਕਿ ਉਹ ਵੀ ਸਮਾਂ ਸੀ ਜਦੋਂ ਤੁਹਾਨੂੰ ਪਰਾਈ ਕੌਮ ਦਾ ਨਾਮ ਦਿੱਤਾ ਗਿਆ ਸੀ, ਕਿਉਂਕਿ ਤੁਸੀਂ ਸਰੀਰਕ ਰਸਮਾਂ ਨੂੰ ਪੂਰਾ ਨਹੀਂ ਕੀਤਾ ਸੀ। ਉਸ ਸਮੇਂ ਉਹ ਜਿਨ੍ਹਾਂ ਇਸ ਸਰੀਰਕ ਰਸਮ ਨੂੰ ਪੂਰਾ ਕੀਤਾ ਸੀ ਉਹ ਆਪਣੇ ਆਪ ਨੂੰ ਸੁੰਨਤੀ ਕਹਿੰਦੇ ਸਨ ਅਤੇ ਤੁਹਾਨੂੰ ਅਸੁੰਨਤੀ। ਉਸ ਸਮੇਂ ਤੁਸੀਂ ਬਿਨਾਂ ਮਸੀਹ ਦੇ ਸੌ, ਇਸ ਕਾਰਨ ਤੁਸੀਂ ਇਜ਼ਰਾਈਲ ਕੌਮ ਦੀ ਨਾਗਰਿਕਤਾ ਤੋਂ ਰਹਿਤ ਅਤੇ ਪ੍ਰਤਿਗਿਆ ਵਾਲੇ ਨਿਯਮ ਤੋਂ ਦੂਰ ਸੌ। ਉਸ ਸਮੇਂ ਤੁਸੀਂ ਇਸ ਸੰਸਾਰ ਦੇ ਵਿੱਚ ਬਿਨਾਂ ਆਸ਼ਾ ਦੇ ਅਤੇ ਪਵਿੱਤਰ ਅਤੇ ਪਰਮੇਸ਼ਰ ਦੇ ਰਹਿੰਦੇ ਸੌ। ਹੁਣ ਮਸੀਹ ਦੇ ਵਿੱਚ ਤੁਸੀਂ ਜੋ ਉਸ ਸਮੇਂ ਦੂਰ ਸੌ, ਮਸੀਹ ਦੇ ਖੂਨ ਦੁਆਰਾ ਲਾਗੇ ਲਿਆਂਦੇ ਗਏ ਹੋ। ਸੋ ਪ੍ਰਭੂ ਨੇ ਅਬਰਾਹਮ ਨੂੰ ਕਿਸ ਤਰ੍ਹਾਂ ਲਾਗੇ ਲਿਆਂਦਾ ਸੀ, ਅਸੀਂ ਉਹ ਬਹੁਤ ਵਾਰੀ ਉਹ ਹਿੱਸਾ ਪੜ੍ਹ ਚੁੱਕੇ ਹਾਂ। ਤੇ ਪ੍ਰਭੂ ਨੇ ਅਬਰਾਹਮ ਨੂੰ ਕਿਹਾ ਸੀਗਾ ਕਿ ਮੈਂ ਤੈਨੂੰ ਬਹੁਤ ਸਾਰੀ ਸੰਤਾਨ ਦਊਂਗਾ, ਮੈਂ ਤੈਨੂੰ ਬਹੁਤ ਭਾਗ ਲਾਊਂਗਾ। ਉਸਨੇ ਕਿਹਾ ਪਰਮੇਸ਼ਰ ਤੂੰ ਮੈਨੂੰ ਕੀ ਦੇਂ, ਮੇਰੇ ਤੇ ਘਰ ਕੋਈ ਸੰਤਾਨ ਵੀ ਹੈ ਨਹੀਂ, ਮੇਰਾ ਨੌਕਰ ਇਹ ਸਾਰੀਆਂ ਚੀਜ਼ਾਂ ਦਾ ਮਾਲਕ ਬਣੇਗਾ। ਉਹ ਕਹਿੰਦਾ ਨਹੀਂ, ਤੇਰਾ ਨੌਕਰ ਨਹੀਂ ਬਣੇਗਾ, ਬਾਹਰ ਆ, ਤਾਰਿਆਂ ਨੂੰ ਦੇਖ, ਤੇਰੀ ਸੰਤਾਨ ਐਨੀ ਹੋਏਗੀ। ਤੇ ਉਸਨੇ ਪ੍ਰਭੂ ਦੇ ਵਿੱਚ ਵਿਸ਼ਵਾਸ ਕੀਤਾ ਔਰ ਪ੍ਰਭੂ ਨੇ ਉਸ ਨੂੰ ਆਪਣੇ ਸਾਹਮਣੇ ਅਨੁਚਿਤ ਠਹਿਰਾਇਆ, ਉਸ ਨੂੰ ਸਵੀਕ੍ਰਿਤੀ ਦਿੱਤੀ ਔਰ ਉਸ ਤੋਂ ਬਾਅਦ ਪ੍ਰਭੂ ਨੇ ਖੂਨ ਦੇ ਨਾਲ ਉਸ ਦੇ ਨਾਲ ਇੱਕ ਨੇਮ ਬਣਿਆ, ਉਸ ਦੇ ਘਰਾਨੇ ਦੇ ਨਾਲ ਨੇਮ ਬਣਿਆ। ਪਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਅਬਰਾਹਮ ਦੇ ਨਾਲ ਨੇਮ ਨਹੀਂ ਬਣਿਆ, ਬਲਕਿ ਆਦਮ ਦੇ ਨਾਲ ਨੇਮ ਬਣਿਆ, ਉਸ ਦੀ ਸਾਰੀ ਸੰਤਾਨ ਦੇ ਨਾਲ ਨੇਮ ਬਣਿਆ, ਕਿਉਂਕਿ ਆਦਮ ਪਾਪ ਕਰਕੇ ਉੱਥੋਂ ਬਾਹਰ ਆਇਆ ਸੀ ਔਰ ਪ੍ਰਭੂ ਨੇ ਉਸ ਨੂੰ ਦੱਸਿਆ ਸੀ ਕਿ ਠੀਕ ਸਮਾਂ ਆਉਣ ਤੇ ਮੈਂ ਸਭ ਚੀਜ਼ਾਂ ਨੂੰ ਠੀਕ ਕਰੂੰਗਾ। ਔਰ ਇੱਥੇ ਅਸੀਂ ਜਿਹੜਾ ਪ੍ਰਭੂ ਦਾ ਵਚਨ 'ਚ ਦੇਖਦੇ ਪਏ ਹਾਂ ਕਿ ਮਸੀਹ ਦੇ ਖੂਨ ਦੇ ਦੁਆਰਾ ਉਸਨੇ ਬਾਕੀ ਸਭ ਕੌਮਾਂ ਨੂੰ, ਯਹੂਦੀ ਕੌਮ ਨੂੰ ਵੀ ਇੱਕ ਕਰ ਦਿੱਤਾ। ਹੁਣ ਹਰ ਇੱਕ ਦਾ ਮਸੀਹ ਯਸੂ ਨੂੰ ਸਵੀਕਾਰ ਕਰਨਾ ਜ਼ਰੂਰੀ ਸੀ। ਜੋ ਘਰ ਵਾਲੇ ਸੀਗੇ, ਜਿਨ੍ਹਾਂ ਨੂੰ ਪ੍ਰਭੂ ਨੇ ਇੱਕ ਸੂਰਜ ਵਰਗੀ ਰੋਸ਼ਨੀ ਦਿੱਤੀ ਹੋਈ ਸੀ, ਤੇ ਜੋ ਅਸੀਂ ਬਾਹਰੋਂ ਆਏ ਹਾਂ ਜਿਨ੍ਹਾਂ ਦੇ ਕੋਲ ਮੋਮਬੱਤੀਆਂ ਸੀ ਔਰ ਉਹ ਮੋਮਬੱਤੀਆਂ ਦੇ ਨਾਲ ਹੀ ਤੁਰੇ ਹੋ ਸੀਗੇ। ਉਹਨਾਂ ਨੂੰ ਮੋਮਬੱਤੀਆਂ ਦੇ ਨਾਲ ਹੀ ਪਤਾ ਸੀਗਾ ਕਿ ਇਹ ਧਰਮ ਜੋ ਸਾਨੂੰ ਦਿੱਤਾ ਗਿਆ, ਚਾਹੇ ਕੋਈ ਵੀ ਆ, ਅਸੀਂ ਪੂਰਾ ਨਹੀਂ ਕਰ ਸਕਦੇ। ਜਿਹੜੇ ਇਸ ਆਸਾ ਦੇ ਵਿੱਚ ਸੀਗੇ ਕਿ ਸਾਨੂੰ ਮੁਕਤੀ ਕਿਸ ਤਰ੍ਹਾਂ ਮਿਲੇਗੀ। ਔਰ ਅਸੀਂ ਜਿਸ ਵੇਲੇ ਉਸਨੇ ਕਿਹਾ ਕਿ ਉਸਨੇ ਮਸੀਹ ਆਪ ਸਾਡਾ ਮੇਲ ਹੈ, ਉਸਨੇ ਹੀ ਯਹੂਦੀਆਂ ਅਤੇ ਦੂਜੀਆਂ ਕੌਮਾਂ ਨੂੰ ਇੱਕ ਕੀਤਾ ਹੈ, ਉਸਨੇ ਆਪਣੇ ਸਰੀਰ ਦੀ ਕੁਰਬਾਨੀ ਦੁਆਰਾ ਵੈਰ ਭਾਵ ਜੁਦਾਈ ਦੀ ਕੰਧ ਨੂੰ ਢਾ ਦਿੱਤਾ ਹੈ। ਸੋ ਸਾਰੀ ਕੌਮ ਹੁਣ ਇੱਕ ਕੌਮ ਬਣ ਗਈ। ਹੁਣ ਵੱਖਰੀਆਂ ਵੱਖਰੀਆਂ ਕੌਮਾਂ ਨਹੀਂ ਰਹਿ ਗਈਆਂ।
ਹੁਣ ਨੋਹਾ ਦੇ ਜਿਹੜੇ ਪੁੱਤਰਾਂ ਤੋਂ ਅੱਗੇ ਜਿੰਨੀਆਂ ਕੌਮਾਂ ਚੱਲੀਆਂ ਸੀ ਉਹ ਸਾਰੀਆਂ ਕੌਮਾਂ ਇੱਕ ਬਣ ਗਈਆਂ। ਉਹਨਾਂ ਸਾਰਿਆਂ ਦੀ ਜਿਹੜੀ ਜ਼ਰੂਰਤ ਆ ਉਹ ਇੱਕ ਆ, ਉਹਨਾਂ ਦੀ ਸਾਰਿਆਂ ਦੀ ਉਸ ਜ਼ਰੂਰਤ ਦਾ ਜਿਹੜਾ ਇਲਾਜ ਆ ਉਹ ਇੱਕ ਆ, ਔਰ ਉਹ ਜਿਹੜੇ ਉਸ ਜ਼ਰੂਰਤ ਨੂੰ ਮਹਿਸੂਸ ਕਰਕੇ ਉਹਦੇ ਕੋਲ ਆਉਂਦੇ ਆ, ਉਹਨਾਂ ਨੂੰ ਜੋ ਗਿਫਟ ਮਿਲਦਾ ਉਹ ਇੱਕ ਆ, ਔਰ ਜਿਹੜੀ ਡੈਸਟੀਨੇਸ਼ਨ ਮਿਲਦੀ ਆ ਉਹ ਇੱਕ ਆ। ਜਿਹੜੀ ਉਸ ਨੂੰ ਨਹੀਂ ਸਵੀਕਾਰ ਕਰਦੇ ਉਹ ਇੱਕ ਡੈਸਟੀਨੇਸ਼ਨ ਉਹਨਾਂ ਦੀ ਦੂਸਰੇ ਪਾਸੇ ਹੈ, ਪਰ ਉਹ ਵੀ ਇੱਕ ਆ, ਉਹ ਵੀ ਜਗ੍ਹਾ ਇੱਕ ਆ, ਉਹ ਵੀ 5-7 ਤਰ੍ਹਾਂ ਦੀ ਜਗ੍ਹਾ ਨਹੀਂ। ਔਰ ਜਿਹੜੇ ਉਸ ਪ੍ਰਭੂ ਨੂੰ ਸਵੀਕਾਰ ਕਰਦੇ ਆ ਉਹ ਵੀ ਇੱਕ ਜਗ੍ਹਾ ਤੇ ਜਾ ਰਹੇ ਆ। ਸੋ ਦੂਜੀਆਂ ਕੌਮਾਂ ਦੇ ਵਿੱਚੋਂ ਇੱਕ ਸਾਂਝੀ ਕੌਮ ਪੈਦਾ ਕਰੇ ਜੋ ਉਸਦੇ ਨਾਲ ਇੱਕ ਹੋਵੇ ਔਰ ਇਸ ਤਰ੍ਹਾਂ ਸ਼ਾਂਤੀ ਸਥਾਪਿਤ ਹੋਵੇ। ਉਹ ਸਲੀਬ ਤੇ ਇਸੇ ਲਈ ਮਰਿਆ ਕਿ ਸਾਡੇ ਦੋਹਾਂ ਦੇ ਵਿਚਲੇ ਵੈਰ ਨੂੰ ਖਤਮ ਕਰਕੇ ਸਾਨੂੰ ਇੱਕ ਕੌਮ ਦੇ ਰੂਪ ਵਿੱਚ ਪਰਮੇਸ਼ਰ ਦੇ ਕੋਲ ਵਾਪਸ ਲਿਆਵੇ। ਹੁਣ ਦੇਖੋ, ਮਸੀਹ ਨੇ ਆ ਕੇ ਸ਼ੁਭ ਸਮਾਚਾਰ ਦਾ ਪ੍ਰਚਾਰ ਤੁਹਾਡੇ ਲਈ ਕੀਤਾ ਜੋ ਦੂਰ ਸਨ, ਅਤੇ ਯਹੂਦੀਆਂ ਲਈ ਕੀਤਾ ਜੋ ਨੇੜੇ ਸਨ। ਹੁਣ ਇਹ ਮਸੀਹ ਦੇ ਦੁਆਰਾ ਹੀ ਸਾਨੂੰ ਦੋਹਾਂ ਅਰਥਾਤ ਯਹੂਦੀਆਂ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਰ ਦੇ ਸਾਹਮਣੇ ਜਾਣ ਦਾ ਇੱਕੋ ਜਿਹਾ ਅਧਿਕਾਰ ਮਿਲਦਾ। ਇਸ ਕਰਕੇ ਇਸ ਚੀਜ਼ ਨੂੰ ਖੋਲਦਾ ਹੋਇਆ ਪ੍ਰਭੂ ਦਾ ਬੰਦਾ ਇਸ ਚੌਥੇ ਚੈਪਟਰ ਦੇ ਵਿੱਚ ਜਿਸ ਲਈ ਇਸ ਨੂੰ ਖੋਲ ਰਿਹਾ ਤੇ ਸਾਨੂੰ ਖੋਲ ਕੇ ਉਸ ਚੀਜ਼ ਨੂੰ ਹੁਣ ਉਹ ਦੱਸ ਰਿਹਾ ਕਿ ਕੀ ਹੋਇਆ। ਮੈਂ ਪ੍ਰਭੂ ਦਾ ਕੈਦੀ ਹੋਣ ਦੇ ਨਾਤੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਆਪਣਾ ਜੀਵਨ ਗੁਜ਼ਾਰੋ, ਹਮੇਸ਼ਾ ਦੀਨ, ਨਮਰ ਅਤੇ ਧੀਰਜਵਾਨ। ਕਿੰਨੀ ਅਮੇਜ਼ਿੰਗ ਚੀਜ਼ ਹੈ। ਇਹ ਤਿੰਨੇ ਚੀਜ਼ਾਂ ਅੰਦਰੋਂ, ਇਹ ਤਿੰਨੇ ਚੀਜ਼ਾਂ ਸਾਡੇ ਅੰਤ ਕਰਨ ਦੇ ਨਾਲ, ਇਹ ਬਾਹਰਲੀਆਂ ਰਸਮਾਂ ਨਹੀਂ ਗੀਆਂ ਕਿ ਹੱਥ ਧੋਣੇ, ਹੱਥ ਧੋ ਕੇ ਭੋਜਨ ਕਰਨਾ ਜਾਂ ਕਿਹੜਾ ਭੋਜਨ ਕਰਨਾ, ਇਹ ਉਹਦੇ ਲਈ ਨਹੀਂ, ਬਾਹਰਲੀ ਰਸਮ ਨਹੀਂ ਗੀਆਂ, ਇਹ ਅੰਦਰ ਦੀਆਂ ਜਿਹੜੀਆਂ ਸਾਨੂੰ ਪੂਰਨ ਕਰਦੀਆਂ। ਸੋ ਹਮੇਸ਼ਾ ਦੀਨ, ਨਮਰ ਅਤੇ ਧੀਰਜਵਾਨ ਬਣੋ, ਇੱਕ ਦੂਜੇ ਨੂੰ ਪਿਆਰ ਕਰੋ, ਹਰ ਸਮੇਂ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ। ਇੱਥੇ ਕੋਸ਼ਿਸ਼ ਕਿਉਂ ਦੱਸੀ ਗਈ ਆ? ਕਿਉਂਕਿ ਵੈਰੀ ਨੇ ਵਿਘਨ ਪਾਉਣੀ। ਥਾਮਸ ਨੇ ਕਿਹਾ ਕੋਸ਼ਿਸ਼ ਕਰੋ। ਅੱਛਾ, ਕਿਉਂਕਿ ਇੱਕ ਹੀ ਸਰੀਰ ਹੈ, ਇੱਕ ਹੀ ਆਤਮਾ ਹੈ, ਜਿਸ ਤਰ੍ਹਾਂ ਇੱਕ ਹੀ ਉਮੀਦ ਹੈ, ਜਿਸ ਲਈ ਤੁਹਾਨੂੰ ਪਰਮੇਸ਼ਰ ਨੇ ਸੱਦਿਆ ਹੈ। ਇੱਕ ਹੀ ਪ੍ਰਭੂ ਹੈ, ਇੱਕ ਹੀ ਵਿਸ਼ਵਾਸ ਹੈ, ਇੱਕ ਹੀ ਬਪਤਿਸਮਾ ਹੈ, ਇੱਕ ਹੀ ਪਰਮੇਸ਼ਰ ਹੈ ਜੋ ਸਭ ਦਾ ਪਿਤਾ ਹੈ, ਜੋ ਉਹੀ ਸਭ ਦਾ ਸੁਆਮੀ ਹੈ। ਇੱਕ ਰਿਸ਼ਤਾ ਔਰ ਦੂਸਰਾ ਉਸਦੀ ਜਿਹੜੀ ਕਿ ਹੀ ਇਜ਼ ਦ ਲੋਰਡ, ਕਹਿਣ ਦਾ ਮਤਲਬ ਕਿ ਉਸਦੀ ਜਿਹੜੀ ਮਲਕੀ ਵਿਰਸੇ ਦੀ ਇੱਥੇ ਗੱਲ। ਚੇਤਾ ਅਸੀਂ ਪਿੱਛੇ ਵਿਰਸੇ ਬਾਰੇ ਪੜ੍ਹ ਕੇ ਆਏ ਹਾਂ। ਸੋ ਜਿਸ ਵੇਲੇ ਵੀ ਅਸੀਂ ਪ੍ਰਭੂ ਯਿਸੂ ਨੂੰ ਲਾਰਡ ਕਹਿੰਦੇ ਆ, ਸੁਆਮੀ ਕਹਿੰਦੇ ਆ, ਤੇ ਅਸੀਂ ਆਪਣੇ ਵਿਰਸੇ ਦੀ ਗੱਲ ਕਰ ਰਹੇ ਹਾਂ। ਉੱਥੇ ਸਾਡਾ ਵਿਰਸਾ ਜਿਹੜਾ ਉਸਦੀ ਅਸੀਂ ਗੱਲ ਕਰ ਰਹੇ ਹੁੰਦੇ ਹਾਂ। ਉਹੀ ਸਭ ਦਾ ਸੁਆਮੀ ਹੈ, ਸਭ ਵਿੱਚ ਕੰਮ ਕਰਦਾ ਹੈ ਅਤੇ ਸਭ ਦੇ ਵਿੱਚ ਵਾਸ ਕਰਦਾ ਹੈ। ਇਹ ਪਿਤਾ ਦੇ ਬਾਰੇ ਦੱਸਿਆ ਗਿਆ ਔਰ ਇਸ ਕਰਕੇ ਅਸੀਂ ਉਸ ਨੂੰ ਪਵਿੱਤਰ ਆਤਮਾ ਕਹਿੰਦੇ ਜੋ ਸਾਡੇ ਵਿੱਚ ਵਾਸ ਕਰਦਾ। ਦੋਨਾਂ ਅੱਖਰਾਂ ਨੂੰ ਹੁਣ ਜੋੜ ਕੇ ਦੇਖੋ, ਪਵਿੱਤਰ ਆਤਮਾ, ਕਿ ਇਹ ਪਰਮੇਸ਼ਵਰ ਦਾ ਆਤਮਾ ਹੈ। ਔਰ ਉੱਥੋਂ ਜਿਹੜਾ ਸ਼ਬਦ ਨਿਕਲਦਾ, ਜਿਸ ਤੇ ਅਸੀਂ ਸੰਧੀ ਕਰਦੇ ਹਾਂ ਤਾਂ ਉਹਦਾ ਜਿਹੜਾ ਸ਼ਬਦ ਨਿਕਲਦਾ ਉਹ ਪਰਮਾਤਮਾ ਨਿਕਲਦਾ।
परमात्मा नूं। वो है साडा पिता आ, वो साडा स्वामी है। इत्थे असीं उस त्रिएक दा एक होना देख सकते। सानूं जरूरत किस वेले किहदी आ, उहदे हिसाब दे नाल वो आ। ਉਹੀ ਸਾਡਾ अगर प्रभु ਨੂੰ ਦੇਖੀਏ तो दस्या गया कि ਉਹੀ ਸਾਡਾ ਪਰਮੇਸ਼ਰ ਆ, ਉਹ ਸਭ ਦਾ ਪਿਤਾ, ਉਹੀ ਸਵਾਮੀ ਆ, ਸਭ ਵਿੱਚ ਕੰਮ ਕਰਦਾ ਹੈ ਅਤੇ ਸਭ ਦੇ ਵਿੱਚ ਵਾਸ ਕਰਦਾ ਹੈ। ਸਭ ਦੇ ਵਿੱਚ ਵਾਸ ਕਰਦਾ ਹੈ। ਇੱਥੇ ਅਸੀਂ ਬਾਰ-ਬਾਰ ਆਉਣਾ। ਸੋ ਇਸ ਹਿੱਸੇ ਨੂੰ ਮੈਂ ਹੁਣ ਇੱਥੇ ਬਹੁਤਾ ਨਹੀਂ ਖੋਲਣਾ, ਕਿਉਂਕਿ ਇਹ ਜਿਹੜਾ ਹਿੱਸਾ ਆ ਇਹ ਹੁਣ ਇੱਕ ਤਰ੍ਹਾਂ ਦੀ ਇਹ ਰੂਟੀਨ ਬਣ ਜਾਣੀ ਹੈ ਇਹਦੀ, ਇਹ ਸਾਰੇ ਹਿੱਸੇ। 7ਵੀਂ ਆਇਤ ਨੂੰ ਬੜੇ ਧਿਆਨ ਦੇ ਨਾਲ ਦੇਖੋ। ਮਸੀਹ ਨੇ ਆਪਣੀ ਕਿਰਪਾ ਨਾਲ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਹਿੱਸੇ ਅਨੁਸਾਰ ਦਾਤ ਦਿੱਤੀ। ਹੁਣ ਉਹ ਦਾਤਾਂ ਦੀ ਉਸਨੇ ਗੱਲ ਸ਼ੁਰੂ ਕਰ ਦਿੱਤੀ ਕਿ ਉਹ ਪਰਮੇਸ਼ਵਰ ਉਹੀ ਪਿਤਾ ਆ, ਉਹੀ ਸਵਾਮੀ ਆ, ਔਰ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਉਸ ਕਿੰਨਾ ਉਹੀ ਸਭ ਦੇ ਵਿੱਚ ਕੰਮ ਕਰਦਾ ਅਤੇ ਸਭ ਦੇ ਵਿੱਚ ਵਾਸ ਕਰਦਾ। ਸੋ ਜਿਸ ਲਈ ਉਹ ਸਭ ਦੇ ਵਿੱਚ ਕੰਮ ਕਰ ਰਿਹਾ, ਸਾਡੇ ਸਭ ਦੇ ਵਿੱਚ ਵਾਸ ਕਰ ਰਿਹਾ, ਤੇ ਉੱਥੋਂ ਕੀ ਉਤਪਤ ਹੁੰਦਾ, ਉੱਥੋਂ ਪੈਦਾ ਕੀ ਹੁੰਦਾ। ਹੁਣ ਉਸਨੇ ਸਾਨੂੰ ਸੰਤ ਪੌਲ ਨੇ ਸਾਨੂੰ ਉਹ ਚੀਜ਼ ਹੁਣ ਇੱਥੇ ਅੱਗੇ ਲੈ ਕੇ ਸਾਨੂੰ ਉਹ ਜਾ ਰਹੇ ਆ। ਮਸੀਹ ਨੇ ਆਪਣੀ ਕਿਰਪਾ ਨਾਲ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਹਿੱਸੇ ਅਨੁਸਾਰ ਦਾਤ ਦਿੱਤੀ ਹੈ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ ਉਹ ਉਚਾਈਆਂ ਤੇ ਚੜ ਗਿਆ ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਿਆ। ਉਸਨੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ। ਇਹ ਜਿਹੜਾ ਗੌਲਾ ਹਿੱਸਾ ਹੈ ਨਾ ਇਹਦਾ, ਇਹ ਤੇ ਬਹੁਤ ਕੁਛ ਬਣਾਇਆ ਜਾਂਦਾ, ਇਹ ਤੇ ਬਹੁਤ ਕੁਛ ਬਣਾਇਆ ਜਾਂਦਾ। ਔਰ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿਸ ਵੇਲੇ ਬਹੁਤ ਦੇਰ ਤੋਂ ਮੈਂ ਇਸ ਚੀਜ਼ ਨੂੰ ਸਮਝਣਾ ਮੰਗਦਾ ਸੀਗਾ, ਲੇਕਿਨ ਆ ਜਿਹੜੇ 2 ਦਿਨ, ਕੱਲ ਦਾ ਦਿਨ ਤੇ ਅੱਜ ਦਾ ਦਿਨ, ਖੁਦਾਵੰਦ ਨੇ ਮੈਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਇਸ ਨੂੰ ਦਿਖਾਇਆ, ਜਿਹੜਾ ਜਿਸ ਦੇ ਨਾਲ ਮੇਰੀ ਸਮਝ ਦੇ ਵਿੱਚ ਇਹ ਆ। 9ਵੀਂ ਆਇਤ, ਉਚਾਈਆਂ ਤੇ ਚੜ ਗਿਆ ਦਾ ਕੀ ਅਰਥ ਹੋਇਆ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਧਰਤੀ ਦੇ ਹੇਠਲੇ ਭਾਗਾਂ ਦੇ ਵਿੱਚ ਗਿਆ ਅਤੇ ਇਸ ਲਈ ਜੋ ਹੇਠਾਂ ਗਿਆ ਉਹੀ ਹੈ ਜੋ ਉੱਪਰ ਸਭ ਅਸਮਾਨਾਂ ਦੇ ਵਿੱਚ ਵੀ ਗਿਆ, ਅਤੇ ਉਹ ਸਭ ਨੂੰ ਪੂਰਨ ਕਰੇ। ਔਰ ਉਸ ਤੋਂ ਬਾਅਦ ਉਹ ਦੱਸ ਰਿਹਾ ਕਿ ਉਸਨੇ ਸਭ ਨੂੰ ਵੱਖਰੀਆਂ ਵੱਖਰੀਆਂ ਦਾਤਾਂ ਦਿੱਤੀਆਂ। ਉੱਥੋਂ ਸਭ ਨੂੰ ਵੱਖਰੀ ਵੱਖਰੀ ਕਿਰਪਾ ਦਿੱਤੀ, ਯਾਨੀ ਕਿ ਕਿਸੇ ਨੂੰ ਉਸਨੇ ਰਸੂਲ ਹੋਣ ਦੀ, ਕਿਸੇ ਨੂੰ ਦਾਤਾਂ ਦਿੱਤੀਆਂ ਜੋ ਸਭ ਪਰਮੇਸ਼ਰ ਦੇ ਲੋਕਾਂ ਨੂੰ ਸੇਵਾ ਦੇ ਲਈ ਤਿਆਰ ਕਰਨ ਅਤੇ ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ। That is the main reason. ਸੋ ਆਓ ਸਭ ਤੋਂ ਪਹਿਲਾਂ ਅਸੀਂ ਉਸ ਹਿੱਸੇ ਨੂੰ ਦੇਖੀਏ ਜਿਹੜਾ ਥੋੜਾ ਜਿਹਾ ਚੈਲੰਜਿੰਗ ਆ ਕਿ ਹੇਠਾਂ ਗਿਆ ਫਿਰ ਉਹ ਉੱਪਰ ਗਿਆ। ਇਸ ਦਾ ਕੀ ਮਤਲਬ ਆ? ਅਸੀਂ ਇਸ ਨੂੰ 2 ਤਰੀਕੇ ਦੇ ਨਾਲ ਦੇਖਾਂਗੇ। 2 ਤਰੀਕੇ ਦੇ ਨਾਲ ਮੈਨੂੰ ਇਹ ਚੀਜ਼ ਸਮਝ ਆਈ ਕਿ ਇਹ ਕੀ ਹੋ ਰਿਹਾ ਕਿ ਪ੍ਰਭੂ ਹੇਠਾਂ ਗਿਆ, ਫਿਰ ਉਸਨੇ ਉਸਨੂੰ ਉੱਪਰ ਉਠਾਇਆ ਗਿਆ, ਫਿਰ ਉਸਨੇ ਦਾਤਾਂ ਦਿੱਤੀਆਂ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜੇ ਹਿੱਸੇ ਪੜ੍ਹਾਂਗੇ ਉਹ ਇਹ ਦੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੂੰ ਦੇ ਲਈ ਬਹੁਤ ਚਿਰ ਤੋਂ ਇੰਤਜ਼ਾਰ ਹੋ ਰਿਹਾ ਸੀ। ਈਵਨ ਜਿਹੜਾ ਅਸੀਂ ਅੱਜ 40ਵਾਂ ਜ਼ਬੂਰ ਵੀ ਪੜ੍ਹਿਆ, ਉਹ ਵੀ ਪ੍ਰਭੂ ਦੇ ਬੰਦੇ ਦਾ ਧਿਆਨ ਲੋਕਾਂ ਦੇ ਉੱਤੇ ਨਹੀਂ, ਕੋਈ ਕੀ ਕਹਿ ਰਿਹਾ ਹੈ। ਉਹ ਕਹਿੰਦਾ ਮੈਂ ਤੇਰੀ ਵਿਵਸਥਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਪਰ ਮੇਰੇ ਤੋਂ ਪੂਰੀ ਨਹੀਂ ਹੁੰਦੀ। ਕਿਉਂ, ਕਿਸ ਤਰ੍ਹਾਂ ਉਸਨੇ ਕਿਹਾ? ਆਓ ਪਹਿਲਾਂ 40ਵੇਂ ਜ਼ਬੂਰ ਦੇ ਵਿੱਚ ਜਾਈਏ, ਉੱਥੇ ਦੋ ਵਰਸਾਂ ਦੇਖਾਂਗੇ ਬੜੇ ਧਿਆਨ ਦੇ ਨਾਲ। ਉੱਥੋਂ ਇਹ ਜ਼ਬੂਰ ਬੜਾ ਪਿਆਰੇ ਜ਼ਬੂਰ ਆ ਇਹ ਸਾਰੇ, ਕਿਉਂਕਿ ਇਸ ਜ਼ਬੂਰ ਦੇ ਵਿੱਚ ਦਾਊਦ ਨੇ ਆਪਣੇ ਦਿਲ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੱਖ ਦਿੱਤਾ, ਆਪਣੀ ਹਾਲਤ ਨੂੰ ਉਸਨੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੱਖ ਦਿੱਤਾ। ਉਹ ਇਸ ਮਾਣ ਦੇ ਵਿੱਚ ਨਹੀਂ ਰਿਹਾ ਕਿ ਮੈਂ ਰਾਜਾ ਹਾਂ, ਜੇ ਮੈਂ ਇਹ ਚੀਜ਼ ਕਹੂੰਗਾ ਤੇ ਲੋਕਾਂ ਨੇ ਕੀ ਕਹਿਣਾ।
ਸਾਊਲ ਨੂੰ ਇਸ ਚੀਜ਼ ਦਾ ਬੜਾ ਫਿਕਰ ਸੀਗਾ, ਲੋਕ ਕੀ ਕਹਿਣਗੇ। ਉਸਨੇ ਜਿੱਦਾਂ ਨਬੀ ਨੇ ਸਾਊਲ ਨੇ ਕਿਹਾ ਸੀਗਾ, ਸੈਮੂਅਲ ਨੇ ਕਿਹਾ ਸੀਗਾ ਕਿ ਹੁਣ ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਕਹਿੰਦਾ ਹੁਣ ਤਾਂ ਇੱਕ ਵਾਰੀ ਤਾਂ ਤੈਨੂੰ ਜਾਣਾ ਪੈਣਾ, ਨਹੀਂ ਤਾਂ ਮੇਰੇ ਲੋਕ ਕੀ ਕਹਿਣਗੇ। ਪਰ ਦਾਊਦ ਨੇ ਇਦਾਂ ਦੀ ਪ੍ਰਵਾਹ ਕੋਈ ਨਹੀਂ ਕੀਤੀ, ਲੋਕ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ। ਉਹ ਇੱਕ ਸ਼ੈਪਰਡ ਰਾਜਾ ਸੀਗਾ, ਔਰ ਉਸਨੇ ਆਪਣੀ ਉਹ ਨਮਰਤਾ ਛੱਡੀ ਨਹੀਂ ਜਿੱਥੋਂ ਉਹ ਆਇਆ ਸੀ। ਉਸਨੂੰ ਚੇਤਾ ਸੀ ਪ੍ਰਭੂ ਨੇ ਮੈਨੂੰ ਕਿੱਥੋਂ ਕੱਢਿਆ। ਕਿੱਦਾਂ ਸਾਨੂੰ ਪਤਾ ਲੱਗਦਾ? ਉਸਨੇ ਪ੍ਰਭੂ ਦੇ ਵਚਨ ਦੇ ਵਿੱਚ ਦੇਖੋ, ਮੈਂ ਧੀਰਜ ਦੇ ਨਾਲ ਪ੍ਰਭੂ ਦੀ ਉਡੀਕ ਕੀਤੀ, ਉਸਨੇ ਕੰਨ ਲਾ ਕੇ ਮੇਰੀ ਪੁਕਾਰ ਸੁਣੀ, ਉਸਨੇ ਮੈਨੂੰ ਡੂੰਘੇ ਟੋਏ ਅਰਥਾਤ ਭਿਅੰਕਰ ਦਲਦਲ ਦੇ ਵਿੱਚੋਂ ਬਾਹਰ ਕੱਢ ਕੇ ਮੇਰੇ ਪੈਰ ਚਟਾਨ ਦੇ। ਜਿਹੜਾ ਅਸਲੀ ਇੱਥੇ ਅਕਸ਼ਰ ਆ ਨਾ, ਉਹ ਹੈ ਕਿ ਗੰਦਗੀ ਦੇ ਚਿੱਕੜ ਦੇ ਵਿੱਚੋਂ ਉਸਨੇ ਕੱਢਿਆ। ਥਿੰਕ ਅਬਾਊਟ ਦੈਟ। ਪ੍ਰਭੂ ਆਪਣਾ ਹੱਥ ਕਿੱਥੇ ਤੱਕ ਪਾ ਲੈਂਦਾ ਬੰਦੇ ਨੂੰ। ਇਸ ਕਰਕੇ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਸੀ, ਔਰ ਉਸਨੇ ਕਹਿੰਦਾ ਮੈਨੂੰ ਉੱਥੋਂ ਕੱਢ ਲਿਆ। ਉਸਨੇ ਮੇਰੇ ਮੂੰਹ ਦੇ ਵਿੱਚ ਨਵਾਂ ਗੀਤ ਪਾਇਆ, ਅਰਥਾਤ ਸਾਡੇ ਪਰਮੇਸ਼ਵਰ ਦੀ ਮਹਿਮਾ ਦਾ ਗੀਤ। ਬਹੁਤ ਸਾਰੇ ਦੇਖਣਗੇ ਅਤੇ ਡਰਨਗੇ ਅਤੇ ਪ੍ਰਭੂ ਤੇ ਭਰੋਸਾ। ਹੁਣ ਤੁਸੀਂ ਦੇਖੋ ਕਿਸ ਤਰ੍ਹਾਂ ਉਹਦਾ ਜਿਹੜਾ ਧਿਆਨ ਆ ਮੁਕਤੀ ਦਾਤੇ ਵੱਲ ਲੱਗਾ ਹੈ। ਮੁਕਤੀ ਦਾਤੇ ਵੱਲ ਉਹਦਾ ਸਾਰਾ ਧਿਆਨ ਹੈ। ਧੰਨ ਉਹ ਲੋਕ ਹਨ ਜੋ ਪ੍ਰਭੂ ਤੇ ਭਰੋਸਾ, ਧੰਨ ਉਹ ਮਨੁੱਖ ਹੈ ਜੋ ਪ੍ਰਭੂ ਤੇ ਭਰੋਸਾ ਰੱਖਦਾ ਹੈ, ਜੋ ਹੰਕਾਰੀਆਂ ਦੇ ਪਿੱਛੇ ਨਹੀਂ ਜਾਂਦਾ ਅਤੇ ਜੋ ਝੂਠੇ ਦੇਵਤਿਆਂ ਦੀ ਪੂਜਾ ਨਹੀਂ ਕਰਦਾ। ਹੇ ਮੇਰੇ ਪਰਮੇਸ਼ਰ, ਤੇਰੇ ਸਾਡੇ ਲਈ ਅਦਭੁਤ ਕੀਤੇ ਕੰਮਾਂ ਅਤੇ ਵਿਚਾਰਾਂ ਦੀ ਗਿਣਤੀ ਕਿੰਨੀ ਬੇਅੰਤ ਹੈ। ਅਸੀਂ ਅਗਰ ਸਿਰਫ ਅਫਸੀਆਂ ਦੀ ਪੋਥੀ ਨੂੰ ਲੈ ਲਈਏ ਤੇ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਪ੍ਰਭੂ ਦੇ ਪਿਆਰ ਤੇ ਉਹ ਜੋ ਕੁਝ ਸਾਡੇ ਬਾਰੇ ਸੋਚਦਾ ਪਿਆ, ਜੋ ਕੁਝ ਸਾਡੇ ਲਈ ਕਰਦਾ ਪਿਆ, ਜੋ ਕੁਝ ਸਾਨੂੰ ਦਿੰਦਾ ਪਿਆ, ਜਿਹੜੇ ਹੱਕ ਸਾਨੂੰ ਦਿੰਦਾ ਪਿਆ, ਉਹ ਦਿੰਦਾ ਹੀ ਜਾ ਰਿਹਾ, ਉਹ ਦਿੰਦਾ ਜਾ ਰਿਹਾ। ਔਰ ਉਹ ਗਿਣਤੀ ਚ ਕਿੰਨੇ ਆ? ਔਰ ਉਸਨੇ ਕਿਹਾ ਬੇਅੰਤ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਵਚਨ ਅੱਗੇ ਸਾਨੂੰ ਕਹਿੰਦਾ, ਜੇਕਰ ਮੈਂ ਉਹਨਾਂ ਸਭ ਬਾਰੇ ਦੱਸਣਾ ਚਾਹਾਂ ਤਾਂ ਉਹ ਗਿਣਤੀ ਚ ਇੰਨੇ ਹਨ ਕਿ ਮੈਂ ਉਹਨਾਂ ਬਾਰੇ ਦੱਸ ਨਹੀਂ ਸਕਦਾ। ਤੇਰਾ ਟਾਕਰਾ ਕੋਈ ਨਹੀਂ ਕਰ ਸਕਦਾ। ਤੂੰ ਕੁਰਬਾਨੀ ਭੇਂਟ ਦਾ ਚਾਹਵਾਨ ਨਹੀਂ, ਇੱਥੋਂ ਤੱਕ ਕਿ ਹੋਮ ਬਲੀ, ਪਾਪ ਬਲੀ ਨਹੀਂ ਮੰਗਦਾ, ਸਗੋਂ ਤੂੰ ਮੇਰੇ ਕੰਨ ਖੋਲੇ। That's important ਜੀ। ਯਾਰ ਇੱਥੇ ਆ ਕੇ ਗੱਲ ਮੁੱਕਦੀ ਆ। ਤੂੰ ਮੇਰੇ ਕੰਨ ਖੋਲੇ, ਮੈਂ ਤੇਰੀ ਆਵਾਜ਼ ਸੁਣ ਸਕਦਾ, ਮੈਂ ਤੇਰੀ ਉਹ ਅਲਾਜਾ ਦੀ ਗੁਫਾਰ, ਉਹ ਮੱਧਮ ਜਿਹੀ ਆਵਾਜ਼ ਮੈਂ ਤੇਰੀ ਸੁਣ ਸਕਦਾ। ਤੂੰ ਮੇਰੇ ਕੰਨ ਖੋਲੇ। ਅੱਗੇ ਕਹਿੰਦਾ ਦੇਖ, ਤਦ ਮੈਂ ਕਿਹਾ, ਜਦੋਂ ਕੰਨ ਖੋਲੇ ਉਹਨੇ, ਤਦ ਮੈਂ ਕਿਹਾ ਦੇਖ ਮੈਂ ਆ ਗਿਆ ਹਾਂ, ਵਿਵਸਥਾ ਦੀ ਪੁਸਤਕ ਵਿੱਚ ਮੇਰੇ ਲਈ ਸਭ ਲਿਖਿਆ ਹੈ। ਮੈਂ ਆ ਗਿਆ ਤੇਰੇ ਤੋਂ, ਵਿਵਸਥਾ ਦੀ ਪੁਸਤਕ ਦੇ ਵਿੱਚ ਸਭ ਕੁਝ ਲਿਖਿਆ। ਲੇਕਿਨ ਹੁਣ ਅਸੀਂ ਵੀ ਵਿਲ ਜੰਪ ਟੂ ਦ ਵਰਸ 12। ਔਰ ਕਿਉਂਕਿ ਉਸਨੇ ਕੰਨ ਖੋਲੇ ਆ ਤਾਂ ਉਸਨੂੰ ਕੁਝ ਦਿਖਾਈ ਵੀ ਦੇਣ ਲੱਗ ਪਿਆ। ਨਾਲ ਨਾਲ ਕੀ ਦਿਖਾਈ ਦੇਣ ਲੱਗ ਪਿਆ? ਅਣਗਿਣਤ ਬੁਰਾਈਆਂ ਨੇ ਮੈਨੂੰ ਘੇਰ ਲਿਆ ਹੈ, ਮੇਰੇ ਕੁਕਰਮਾਂ ਨੇ ਮੈਨੂੰ ਇੱਥੋਂ ਤੱਕ ਦਬਾ ਦਿੱਤਾ ਹੈ ਕਿ ਮੈਂ ਉਤਾਂਹ ਨਜ਼ਰ ਵੀ ਨਹੀਂ ਚੁੱਕ ਸਕਦਾ। ਮੇਰੇ ਬੁਰੇ ਕੰਮ ਮੇਰੇ ਸਿਰ ਦੇ ਵਾਲਾਂ ਤੋਂ ਵੀ ਅਧਿਕ ਹਨ, ਮੈਂ ਪਾਗਲ ਹੋ ਉੱਠਿਆ। ਜਿਸ ਲਈ ਪ੍ਰਭੂ ਨੇ ਕੰਨ ਖੋਲੇ ਆ, ਅੰਦਰ ਦੇ ਕੰਨ ਖੋਲੇ ਆ, ਤੇ ਉਸ ਨੂੰ ਹੁਣ ਆਪਣਾ ਅੰਤਕਰਨ ਦਿਖਾਈ ਵੀ ਦੇ ਰਿਹਾ, ਔਰ ਉਹ ਕਿੱਥੇ ਖੜਾ ਉਸਨੂੰ ਉਹ ਵੀ ਦਿਖਾਈ ਦੇ ਰਿਹਾ, ਔਰ ਉਸਦੀ ਜ਼ਰੂਰਤ ਕੀ ਹੈ ਉਸਨੂੰ ਉਹ ਵੀ ਦਿਖਾਈ ਦੇ ਰਹੀ। ਕਿਹੜੀ ਉਸਦੀ ਜ਼ਰੂਰਤ ਹੈ? ਕਹਿੰਦਾ ਹੇ ਪ੍ਰਭੂ, ਆਪਣੀ ਕਿਰਪਾ ਨਾਲ ਮੈਨੂੰ ਬਚਾ, ਤੂੰ ਮੇਰੀ ਮਦਦ ਤੁਰੰਤ ਕਰ,
जो मेरी जान लैण दे पिछे पए हन उन्हां नूं शर्मिंदियां कर। तू उन्हां दी मत मार दे जो मेरा बुरा चाहुंदे हन। तू उन्हां नूं हार दे अते अपमानित कर। जो लोग मेरे ते व्यंग कसदे हन ਉਹ ਆਪਣੀ ਸ਼ਰਮਿੰਦਗੀ ਕਾਰਨ ਖਤਮ ਹੋ ਜਾਣ। पर तेरे खोजी हमेशा तेरी संगत दे विच आनंदित अते खुश होण। ਉਹ तेरी मुक्ति नूं प्यार करदे हन अते लगातार इस तरह कहंदे हन, प्रभु महान है। हुण राजा ये चीज कह रहा अगली, मैं गरीब अते लोड़वंद हां। वो ये नहीं देखदा पिया मेरे तो बाहर किन्नियां चीजां। साउल दा बणिया बनाया राज उहनूं मिल गया। साउल ने 40 साल लड़ाइयां लड़ियां, उन्होंने बनया बनाया राज मिल गया, झोली च पाता प्रभु ने। मैं गरीब अते लोड़वंद हां, तू हे प्रभु मेरी चिंता करदा है। तू मेरा मददगार अते छुटकारा देने वाला है। ਉਹ ਸ਼ਬਦਾਵਲੀ ਜੋ ਅਸੀਂ ਯਿਸੂ ਮਸੀਹ ਦੇ ਲਹੂ ਦੇ ਵਿੱਚ ਸਾਨੂੰ ਛੁਟਕਾਰਾ ਮਿਲਿਆ ਸੀ, ਉਹ ਸਾਰੀਆਂ ਚੀਜ਼ਾਂ ਇੱਥੇ ਦੇਖਦੇ ਹਾਂ। हे प्रभु तू देर ना कर। इस वर्ष दे विच वो अपने मुक्तिदाते दा इंतजार करे। उसनूं पता कि मेरे घराने दे विच मुक्तिदाता पैदा होना, इस चीज का उन्हें पता, क्योंकि उसनूं जिहड़ी व्यवस्था उत्पत्ति तो लैके जिहड़ियां पुस्तकां इत्थे तक उन्होंने सारियां दसदियां पईयां कि मुक्तिदाता तेरे घर पैदा हो। उसके इंतजार दे विच कह रहा हुण तू देर, हुण तू देर। सो इत्थे असीं एक इंतजार देखदे। और जिसलिए असीं लूका दे विच जाने, अगर तुसीं लिखण दे वर्सां वगैरह लिखते हैं, तुसीं अपने बनाउने आ नोट्स वगैरह बनाउने आ, सो इसनूं असीं बड़ा पहला तरीका है वो ये है कि जिहड़े लोग उसका इंतजार कर रहे सी, इसी उन्हां दी गल इत्थे हो रही है। और इसे तरह जिस वेले असीं लूका दे दूसरे भाव दे विच असीं पढ़ांगे नहीं उहनूं, लूका दे दूसरे भाव दे विच जाने आ ते उसदी लूका दी दूसरा भाव उसकी 22 तो लैके 35 आयत तक, उत्थे भी असीं एक सिमियन एक बंदे नूं देखदे हां जो इंतजार उत्थे कर रहा सी और जो इस चीज का इंतजार कर रहा सी कि परमेश्वर इत्थे आएगा। और इत्थे मैं 25 आयत नूं जरूर पढ़ूंगा। कहंदा प्रभु यरूशलेम विच शमाउन नां दा एक आदमी से 102 पन्ना लूका दा दूजा भाव। सो तुसी अगर नोट करना है इसनूं तो 22 तो लैके 35 आयत तक, अगर तुसी अपना नोट बनाना मांगते हैं 22 तो लैके 35 आयत तक तुसी पढ़ना। लेकिन मैं बस थोड़ा जिहा हिस्सा इसका पढ़ूंगा क्योंकि असीं इसनूं काफ़ी बारी पढ़ चुके हैं। यरूशलेम विच शमाउन नां दा आदमी रहिंदा सी, ਉਹ ਧਰਮੀ ਅਤੇ परमेश्वर तो डरन वाला सी। ਉਹ इजराइल कौम दे छुटकारे दी उदीक दे विच सी। उत्थे भी शब्द छुटकारा वरतिया गया, इत्थे भी जिहड़ा शब्द वो छुटकारा वरते पिया। उन्होंने पता असीं पाप च फसे, सानू छुटकारे की लोड़ आ। दूजे पासे घमंडी भी आ, वो कहंदे असीं तां मूसा दे चेले आ, असीं तां अब्राहम दी औलाद आ, सानू मुक्ति दी लोड़ नहीं, असीं मुक्त। लेकिन जिहड़े प्रभु दा डर रखण वाले लोग, जिहड़े इंतजार च बैठे हो, प्रभु कि मेरे जींदे जी आएगा, कि तू मेरे जींदे जी आएगा, कि मैं देखूंगा जो तू वादा किया है। और एक दिन नाल प्रभु ने कहा, अच्छा तू मेरी मुक्ति नूं देखे बगैर मरे। वो आवाज होना, वो सारियां दुआवां इत्थे पूरियां होंदियां पईयां उन्हां लोकां दी जिहड़े मुक्ति दाते दा इंतजार करते पे। सारी कौम नहीं, सिर्फ उन्हां लोग जिहड़े इंतजार करते रहे, जिन्हां नूं सदाई भी किया गया, जिन्हां नूं इन्हां ने पिंडां चों कढ दित्ता, घरां चों कढ दित्ता, मंदिरां चों कढ दित्ता। वो उदां दे भी उन्हां च कई बेचारे सी जिहड़ा इंतजार करते पे सी, निकोदीमस वर्गे इंतजार करते पे सी।
ਸੀ, ਉਹ ਇੰਤਜ਼ਾਰ ਕਰਨ ਵਾਲਾ ਟੋਲਾ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਨੇ ਪਵਿੱਤਰ ਆਤਮਾ ਨੇ ਸੀ, ਉਹ ਸ਼ੁਰੂ ਹੋ ਗਿਆ, ਪਵਿੱਤਰ ਆਤਮਾ ਨੇ ਉਸ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਮਸੀਹ ਨੂੰ ਨਹੀਂ ਦੇਖ ਲਏਗਾ ਉਸਦੀ ਮੌਤ ਨਹੀਂ ਹੋਏਗੀ। ਸੋ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਨਾਲ ਸ਼ਮਾਉਨ ਮੰਦਰ ਦੇ ਵਿੱਚ ਆਇਆ। ਜਦੋਂ ਯਿਸੂ ਦੀ ਮਾਤਾ ਪਿਤਾ ਉਸ ਅਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਮੰਦਰ ਦੇ ਵਿੱਚ ਲੈ ਕੇ ਆਏ, ਤਾਂ ਸ਼ਮਾਉਨ ਨੇ ਬਾਲਕ ਯਿਸੂ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ, हे ਸੁਆਮੀ, ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਦੇ ਨਾਲ ਵਿਦਾ ਕਰ ਰਿਹਾ ਹੈ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਸਾਰਿਆਂ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ। ਇਹ ਤੇਰੇ ਆਪਣਿਆਂ ਲੋਕਾਂ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ ਅਤੇ ਦੂਜੀਆਂ ਜਾਤੀਆਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ। That's the amazing part। ਇਹ ਸਾਰੀ ਚੀਜ਼ ਜਿਹੜੀ ਸਭ ਤੋਂ ਅਮੇਜ਼ਿੰਗ ਚੀਜ਼ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਯਹੂਦੀਆਂ ਦੀ ਕੌਮ ਔਰ ਸਾਰੀਆਂ ਕੌਮਾਂ ਦੇ ਵਿੱਚੋਂ ਹੁਣ ਇੱਕ ਕੌਮ ਮਸੀਹ ਨੇ ਬਣਾਉਣੀ ਹੈ। ਸੋ there is ਇੱਕ ਕੌਮ ਇਸ ਧਰਤੀ ਤੇ ਹੁਣ ਰਹਿ ਰਹੀ ਹੈ, ਮਾਨਵਤਾ। ਬਸ ਮਾਨਵਤਾ। ਜੇ ਬਹੁਤ ਪਿੱਛੇ ਜਾਈਏ, ਕਿਉਂਕਿ ਵਾਅਦਾ ਉੱਥੇ ਮਿਲਿਆ ਸੀ, ਤਾਂ ਅਸੀਂ ਆਦਮ ਦੀ ਸੰਤਾਨ ਸਾਰੀ ਕਹਿ ਸਕਦੇ ਹਾਂ, ਲੇਕਿਨ ਗਾਂ ਜਾ ਕੇ ਜਿਸ ਵੇਲੇ ਫਲੱਡ ਆਇਆ ਉਸ ਦੇ ਵਿੱਚ ਸਿਰਫ ਅਸੀਂ ਇੱਕ ਜਿਹੜਾ ਬੰਦਾ ਤੇ ਉਸਦੇ ਬੱਚੇ ਬਚੇ ਸੀਗੇ, ਉਹਦਾ ਨਾਮ ਨੋਆ ਸੀ, ਤੇ ਅਸੀਂ ਨੋਆ ਤੱਕ ਵੀ ਲੈ ਕੇ ਜਾ ਸਕਦੇ ਹਾਂ, ਕਿਉਂਕਿ ਨੋਆ ਨੂੰ ਵੀ ਜਿਸ ਲਈ ਅਸੀਂ ਜੈਨੇਸਿਸ ਦੀ ਪੁਸਤਕ ਕਿਤਾਬ ਪੜਾਂਗੇ, ਉਹਦੇ ਵਿੱਚੋਂ ਅਸੀਂ ਉਹ ਸਾਰੇ ਨੇਮ ਦੇਖਾਂਗੇ ਜਿਹੜਾ ਉਸਨੇ ਨੋਆ ਦੇ ਨਾਲ ਵੀ ਬੰਨਿਆ ਸੀ। ਪਰ ਪ੍ਰਭੂ ਆਪਣੇ ਨੇਮ ਹਮੇਸ਼ਾ ਚੇਤੇ ਰੱਖਦਾ। ਸੋ ਇੱਥੇ ਜਿਹੜਾ ਪ੍ਰਭੂ ਦਾ ਵਚਨ ਅਸੀਂ ਦੇਖਦੇ ਪਏ ਹਾਂ, ਸੋ ਸਾਨੂੰ ਇੱਥੋਂ ਇਹ ਪਤਾ ਲੱਗਦਾ ਕਿ ਬਹੁਤ ਲੋਕ ਯਿਸੂ ਦਾ ਇੰਤਜ਼ਾਰ ਕਰ ਰਹੇ ਸੀ, ਮੁਕਤੀ ਦਾਤੇ ਦਾ ਇੰਤਜ਼ਾਰ ਕਰ ਰਹੇ ਸੀ। ਮੈਂ ਤੁਹਾਨੂੰ ਬਹੁਤ ਹਿੱਸੇ ਆ ਐਸੇ, ਲੇਕਿਨ ਮੈਂ ਤੁਹਾਨੂੰ ਦੋ ਮੇਨ ਦਿਖਾਇਆ। 40ਵਾਂ ਜ਼ਬੂਰ ਦੇ ਵਿੱਚ ਮੈਂ ਤਾਂ ਦਿਖਾਇਆ ਕਿ ਕੁਝ ਬਰਕਤ ਬਹੁਤ ਮਿਲਦੀ ਹੈ, ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹੈ, ਲੇਕਿਨ ਬਹੁਤ ਹਿੱਸੇ ਆ ਜਿਹੜੇ ਲੋਕ ਪ੍ਰਭੂ ਦਾ ਇੰਤਜ਼ਾਰ ਕਰ ਰਹੇ ਸੀ। ਬਹੁਤ ਨਬੀ ਸੀ ਜਿਹੜੇ ਪ੍ਰਭੂ ਦਾ ਲੋਕ ਇੰਤਜ਼ਾਰ ਕਰ ਰਹੇ ਸੀਗੇ, ਔਰ ਜਿਨ੍ਹਾਂ ਵਿੱਚੋਂ ਦੋ ਅਸੀਂ ਦੇਖ ਲਏ, ਦਾਊਦ ਤੇ ਇਹ ਸ਼ਮਾ। ਸੋ ਇੱਥੋਂ ਇੱਕ ਚੀਜ਼ ਜਿਹੜੀ ਉਹ ਸੈੱਟ ਹੋ ਗਈ ਕਿ ਬਹੁਤ ਸਾਰੇ ਲੋਕ ਪ੍ਰਭੂ ਦਾ ਇੰਤਜ਼ਾਰ ਕਰਦੇ ਪਏ ਸੀ। ਫਿਰ ਜਿਸ ਲਈ ਅਸੀਂ ਉਸ ਹਿੱਸੇ 'ਚ ਆਪਣੇ 'ਚ ਵਾਪਸ ਆਉਂਦੇ ਹਾਂ, ਕਹਿੰਦੇ ਕਿ ਜਦੋਂ ਉਹ ਉਚਾਈਆਂ ਤੇ ਚੜ ਗਿਆ ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਿਆ ਅਤੇ ਉਸਨੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ। ਉਚਾਈਆਂ ਤੇ ਚੜ ਗਿਆ ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲੇ ਧਰਤੀ ਦੇ ਹੇਠਲਿਆਂ ਭਾਗਾਂ ਦੇ ਵਿੱਚ ਗਿਆ, ਇਸ ਲਈ ਜੋ ਹੇਠਾਂ ਗਿਆ ਉਹੀ ਹੈ ਜੋ ਉੱਪਰ ਅਸਮਾਨਾਂ ਦੇ ਵਿੱਚ ਗਿਆ, ਅਤੇ ਉਹ ਸਭ ਨੂੰ ਪੂਰਨ ਕਰੇ। ਫੋਕਸ ਹੈ ਪ੍ਰਭੂ ਯਿਸੂ ਮਸੀਹ ਦੇ ਉੱਤੇ। ਆਓ ਹੁਣ ਵਚਨ ਦੇ ਹਿੱਸੇ ਅਸੀਂ ਪੜ੍ਹੀਏ। ਮੇਰੇ ਨਾਲ ਮੱਤੀ ਦੇ ਵਿੱਚ ਆ ਜਾਓ, ਉਸਦਾ 27ਵਾਂ ਭਾਵ ਤੇ ਉਸਦੀ 45 ਤੋਂ 56 ਆਇਤ ਅਸੀਂ ਦੇਖ। ਜਿਸ ਨੂੰ ਮਿਲ ਜਾਏ, ਪੰਨਾ ਹੈਗਾ 57। ਕਿੰਨੇ ਤੋਂ ਕਿੰਨਾ ਹੈ ਪਾਸਟਰ ਜੀ? ਇਹ ਮੇਰੀ ਪਿਆਰੀ ਭੈਣ 27ਵਾਂ ਭਾਵ 45 ਤੋਂ 56 ਦਾ। ਓਕੇ, 11 ਪੜ੍ਹ ਦਿੰਦੀ ਹਾਂ। ਪ੍ਰਭੂ ਯਿਸੂ ਦੀ ਮੌਤ। ਜਦੋਂ ਦੁਪਹਿਰਾਂ ਹੋਈਆਂ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਦਿਨ ਦੇ ਤੀਜੇ ਪਹਿਰ ਤੱਕ ਰਿਹਾ। ਤੀਜੇ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਏਲੀ ਏਲੀ ਲਾਮਾ ਸਬਕਤਨੀ, ਜਿਸ ਦਾ ਅਰਥ ਹੈ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ। ਜੋ ਉੱਥੇ ਲਾਗੇ ਖੜੇ ਸਨ ਉਹਨਾਂ ਇਹ ਸੁਣਿਆ ਤੇ ਉਹਨਾਂ ਵਿੱਚੋਂ ਕੁਝ ਬੋਲੇ, ਦੇਖੋ ਏਲੀਆ ਨੂੰ ਸੱਦ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਖੱਟੀ ਸ਼ਰਾਬ ਵਿੱਚ ਡੋਬਿਆ ਤੇ ਯਿਸੂ ਦੇ ਮੂੰਹ ਨੂੰ ਲਾ ਦਿੱਤਾ। ਪਰ ਦੂਜੇ ਬੋਲੇ, ਠਹਿਰ ਭਲਾ ਦੇਖਦੇ ਹਾਂ ਕਿ ਏਲੀਆ ਇਸ ਨੂੰ ਬਚਾਉਣ ਆਉਂਦਾ ਹੈ।
ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ। ਉਸੇ ਵੇਲੇ ਮੰਦਰ ਦੇ ਅੰਦਰ ਦਾ ਪਰਦਾ ਉੱਤੋਂ ਤੋਂ ਹੇਠਾਂ ਤੱਕ ਪਾਟ ਗਿਆ। ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ। ਕਬਰਾਂ ਖੁੱਲ ਗਈਆਂ ਅਤੇ ਬਹੁਤ ਸਾਰੇ ਪਰਮੇਸ਼ਵਰ ਦੇ ਭਗਤ ਜ਼ਿੰਦਾ ਹੋ ਗਏ ਜੋ ਮਰ ਗਏ ਸਨ। ਉਹ ਯਿਸੂ ਦੇ ਜੀ ਉੱਠਣ ਪਿੱਛੋਂ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਅਫਸਰ ਅਤੇ ਉਸਦੇ ਨਾਲਦਿਆਂ ਨੇ ਜੋ ਉਸ ਵੇਲੇ ਯਿਸੂ ਤੇ ਪਹਿਰਾ ਦੇ ਰਹੇ ਸਨ ਧਰਤੀ ਹਿਲਦੀ ਦੇਖੀ ਅਤੇ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਡਰ ਗਏ। ਉਹ ਬੋਲੇ, ਸੱਚਮੁੱਚ ਹੀ ਪਰਮੇਸ਼ਵਰ ਦਾ ਪੁੱਤਰ ਸੀ। ਬਹੁਤ ਸਾਰੀਆਂ ਔਰਤਾਂ ਉੱਥੇ ਉਸੇ ਵੇਲੇ ਕੁਝ ਦੂਰੀ ਤੇ ਖੜੀਆਂ ਇਹ ਦੇਖ ਰਹੀਆਂ ਸਨ। ਉਹ ਯਿਸੂ ਦੇ ਪਿੱਛੇ ਗਲੀਲ ਤੋਂ ਆਈਆਂ ਸਨ ਅਤੇ ਉਹਨਾਂ ਦੀ ਸੇਵਾ ਕਰਦੀਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲੀਨੀ, ਯਾਕੂਬ ਤੇ ਯੂਸਫ ਦੀ ਮਾਂ ਮਰੀਅਮ ਅਤੇ ਜ਼ਬਦੀ ਦੀ ਪਤਨੀ ਵੀ ਸਨ। ਇੱਥੋਂ ਤੱਕ ਇਹ ਪੜ੍ਹਨਾ। ਇਹ 43 ਦਿਨ ਜਿਹੜੇ ਸੀਗੇ ਇਹ ਬੜੇ ਅਜੀਬ ਸੀ। ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਬਾਅਦ ਜਿਹੜਾ ਉਹਨਾਂ ਨੂੰ ਕਬਰ ਦੇ ਵਿੱਚ ਰੱਖਿਆ ਗਿਆ, ਫਿਰ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਉਸ ਤੋਂ ਬਾਅਦ 40 ਦਿਨ ਪ੍ਰਭੂ ਯਿਸੂ ਉਹਨਾਂ ਨੂੰ ਦਰਸ਼ਨ ਦਿੰਦੇ ਰਹੇ। ਇਹ ਲੋਕ ਜਿਹੜੇ ਕਬਰਾਂ ਚੋਂ ਨਿਕਲ ਆਏ ਆ, ਇਹ ਲੋਕਾਂ ਨੂੰ ਦਰਸ਼ਨ ਦਿੰਦੇ ਰਹੇ। ਇਹ ਬੜੇ ਅਜੀਬ ਦਿਨ ਸੀ, ਇਹ ਬਹੁਤ ਅਜੀਬ ਦਿਨ ਸੀ। ਸੋ ਅਸੀਂ ਕੀ ਦੇਖਦੇ ਪਏ ਹਾਂ? ਅਸੀਂ ਪ੍ਰਭੂ ਦੇਖਦੇ ਪਏ ਹਾਂ ਕਿ ਮਸੀਹਾ ਆਇਆ, ਉਸ ਦਾ ਇੰਤਜ਼ਾਰ ਹੋ ਰਿਹਾ ਸੀ। ਸਭ ਤੋਂ ਪਹਿਲਾਂ ਅਸੀਂ 40ਵੇਂ ਜ਼ਬੂਰ ਦੇ ਵਿੱਚ ਦੇਖਿਆ, ਉਸ ਦਾ ਇੰਤਜ਼ਾਰ ਹੋ ਰਿਹਾ ਸੀ। ਫਿਰ ਜਿਹੜੇ ਅਸੀਂ ਲੂਕਾ ਦੇ ਦੂਸਰੇ ਭਾਗ ਦੇ ਵਿੱਚ ਆਏ ਹਾਂ, ਸੈਕੰਡ ਨੋਟ ਜਿਹੜਾ ਆ ਉਹ ਇਹ ਆ, ਜਿਸ ਲਈ ਅਸੀਂ ਲੂਕਾ ਦੇ ਦੂਸਰੇ ਭਾਗ ਦੇ ਵਿੱਚ ਆਏ ਹਾਂ ਤਾਂ ਇੰਤਜ਼ਾਰ ਖਤਮ ਹੋ ਗਿਆ। ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਮੌਤ ਤੇ ਆਏ ਹਾਂ, ਔਰ ਉਹਦੀ ਮੌਤ ਤੇ ਜਿਹੜੇ ਪ੍ਰਭੂ ਦੇ ਲੋਕ ਇਸ ਦਿਨ ਦਾ ਇੰਤਜ਼ਾਰ ਕਰਦੇ ਪਏ ਸੀ ਉਸ ਦੀ, ਕਿਉਂਕਿ ਉਹ ਇਹ ਕਹਿ ਰਿਹਾ ਕਿ ਤੂੰ ਬਲੀਆਂ ਦਾ ਚਾਹਵਾਨ ਨਹੀਂ ਤਾਂ ਮੈਂ ਦਿੰਦਾ। ਜ਼ਬੂਰ 51 ਚ ਵੀ ਇਹੋ ਹੀ ਉਸਨੇ ਲਿਖਿਆ, ਤੂੰ ਹੋਮ ਬਲੀਆਂ ਦਾ ਵੀ ਚਾਹਵਾਨ ਨਹੀਂ, ਤੂੰ ਬਲੀਆਂ ਦਾ ਚਾਹਵਾਨ ਨਹੀਂ, ਕਿਉਂਕਿ ਤੂੰ ਬਲੀ ਬਣ ਕੇ ਆਉਣਾ ਹੈ, ਉਹ ਬਲੀ ਕਬੂਲ ਹੋਣੀ ਆ। ਔਰ ਉਹ ਬਲੀ ਜਿਸਲੇ ਕਬੂਲ ਹੋਈ ਹੈ ਤੇ ਅਸੀਂ ਉਹਨਾਂ ਨੂੰ ਕਬਰਾਂ ਦੇ ਵਿੱਚੋਂ, ਤੜਕ ਗਈਆਂ ਕਬਰਾਂ, ਉਹਨਾਂ ਨੂੰ ਕਬਰਾਂ ਦੇ ਵਿੱਚੋਂ ਉੱਠਦਾ ਇਸ ਹਿੱਸੇ ਦੇ ਵਿੱਚ ਦੇਖਦੇ ਪਏ। ਔਰ ਉਹ ਬਹੁਤ ਸਾਰਿਆਂ ਲੋਕਾਂ ਨੂੰ ਦਰਸ਼ਨ ਦਿੰਦੇ ਰਹੇ, ਬਹੁਤ ਸਾਰਿਆਂ ਲੋਕਾਂ ਨੂੰ ਉਹ ਦਿਖਾਈ ਦਿੰਦੇ ਰਹੇ। ਔਰ ਜਿਸ ਵੇਲੇ ਇਹ ਹੋਇਆ, ਸੋ ਹੁਣ ਪ੍ਰਭੂ ਯਿਸੂ ਮਸੀਹ ਦੀ ਤਾਂ ਮੌਤ ਹੋ ਗਈ। ਹੁਣ ਉਹਨਾਂ ਨੂੰ ਹੇਠਾਂ ਰੱਖਿਆ ਜਾਣਾ, ਹੁਣ ਉਹਨਾਂ ਨੂੰ ਧਰਤੀ ਦੇ ਹੇਠਾਂ ਰੱਖਿਆ ਜਾਣਾ। ਸੋ 57 ਆਇਤ ਤੋਂ ਲੈ ਕੇ 61 ਆਇਤ ਤੱਕ ਕੋਈ ਜਣਾ ਪੜ੍ਹਦੇ। ਹੁਣ ਇੱਥੇ ਰਹਿਓ, ਅਸੀਂ ਇੱਥੋਂ ਬਾਹਰ ਨਹੀਂ ਜਾਣਾ ਬਹੁਤ। ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ। ਜਦੋਂ ਤਰਕਾਲਾਂ ਪੈ ਗਈਆਂ ਤਾਂ ਅਰਮਤੀਆਂ ਨਿਵਾਸੀ ਧਨੀ ਆਦਮੀ, ਜਿਸ ਦਾ ਨਾਂ ਯੂਸਫ ਸੀ, ਉਹ ਵੀ ਯਿਸੂ ਦਾ ਚੇਲਾ ਸੀ। ਉਹ ਪਿਲਾਤੂਸ ਰਾਜਪਾਲ ਕੋਲ ਗਿਆ ਅਤੇ ਯਿਸੂ ਦੀ ਲਾਸ਼ ਮੰਗੀ। ਪਿਲਾਤੂਸ ਨੇ ਯੂਸਫ ਨੂੰ ਲਾਸ਼ ਦੇਣ ਦਾ ਹੁਕਮ ਦਿੱਤਾ। ਇਸ ਲਈ ਯੂਸਫ ਨੇ ਲਾਸ਼ ਲਈ ਅਤੇ ਇੱਕ ਮਲਮਲ ਦੀ ਚਾਦਰ ਵਿੱਚ ਲਪੇਟੀ ਅਤੇ ਆਪਣੀ ਨਵੀਂ ਬਣੀ ਕਬਰ ਵਿੱਚ ਰੱਖ ਦਿੱਤੀ। ਇਹ ਕਬਰ ਚਟਾਨ ਦੇ ਵਿੱਚ ਖੋਦੀ ਹੋਈ ਸੀ। ਇਹ ਕਰਨ ਦੇ ਪਿੱਛੋਂ ਉਸਨੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਤੇ ਰੇੜ ਦਿੱਤਾ ਅਤੇ ਉੱਥੋਂ ਚਲਾ ਗਿਆ। ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਉਸ ਵੇਲੇ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ। ਸੋ ਅਸੀਂ ਇਹ ਇੱਕ ਚੀਜ਼ ਦੇਖਦੇ ਪਏ ਹਾਂ ਕਿ ਉਹਨਾਂ ਨੂੰ ਇੱਕ ਧਨੀ ਦੀ ਕਬਰ ਦੇ ਵਿੱਚ ਰੱਖਿਆ ਗਿਆ, ਜਿਸ ਤਰ੍ਹਾਂ ਪ੍ਰਭੂ ਦਾ ਵਚਨ ਸੀ ਉਹ ਵੀ ਪੂਰਾ ਹੋਇਆ। ਸੋ ਹੁਣ ਉਹ ਹੇਠਲੀ ਧਰਤੀ ਤੇ, ਹੁਣ ਉਹ ਹੇਠਲੀ ਧਰਤੀ ਤੋਂ ਉਹਨਾਂ ਨੂੰ ਉਠਾਇਆ ਜਾਣਾ। ਠੀਕ। ਸੋ ਅਗਲੇ ਹਿੱਸੇ ਦੇ ਵਿੱਚ ਦੱਸਿਆ ਕਿ ਅਗਲੇ ਹਿੱਸੇ ਦੇ ਵਿੱਚ ਸਿਰਫ ਇਹ ਸਾਨੂੰ ਇਹ ਦੱਸਿਆ ਕਿ ਉਹਨੂੰ ਪਤਾ, ਉਹਨਾਂ ਨੂੰ ਵੀ ਹੈ, ਦੂਜਿਆਂ ਨੂੰ ਵੀ ਪਤਾ ਕਿ ਇਹਨੇ ਕੀ ਕਿਹਾ ਹੈ, ਮੈਂ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੂਗਾ। ਤਾਂ ਉਸਨੇ ਕਿਹਾ ਕਿ ਇਹਦੀ ਕਬਰ ਦੇ ਉੱਤੇ ਸੀਲ ਲਾਈ ਜਾਏ। ਸੋ ਉਹਨਾਂ ਨੇ ਉਹਦੇ ਨਾਲ ਪ੍ਰੋਪਰ ਜਿੱਦਾਂ ਰੱਸਾ ਬੰਨ੍ਹ ਕੇ, ਜੋ ਰੋਮਨ ਜਿੱਦਾਂ ਕਰਦੇ ਹੁੰਦੇ ਸੀ, ਪ੍ਰੋਪਰ ਉਹਦੇ ਉੱਤੇ ਸੀਲ ਲੱਗੀ ਔਰ ਪਿਆਰਾ ਬੈਠਿਆ, ਕੋਈ ਉਸਨੂੰ ਛੂਏ। ਤੇ ਉਹਨਾਂ ਨੇ ਕਿਹਾ ਤੁਹਾਨੂੰ ਸਿਰਫ 3 ਦਿਨ ਤੱਕ ਇਹ ਕਰ ਦਿਓ, ਉਸ ਤੋਂ ਬਾਅਦ ਸਾਨੂੰ ਕੋਈ ਫਿਕਰ ਨਹੀਂ, 3 ਦਿਨ ਤੱਕ ਪਹਿਰਾ ਦਿਓ। ਲੇਕਿਨ ਕੀ ਹੁੰਦਾ ਪਿਆ ਹੁਣ, ਆਓ ਅਸੀਂ ਇਸ ਨੂੰ 28ਵਾਂ ਭਾਵ ਇਸ ਦਾ, ਉਸ ਦੀ 1 ਆਇਤ ਤੋਂ ਲੈ ਕੇ 10 ਆਇਤ ਤੱਕ ਦੇਖਦੇ, ਜਿਸ ਨੂੰ ਪੜ੍ਹਦੇ। ਮੈਂ ਪੜ੍ਹਦੀ ਹਾਂ ਪਾਸਟਰ ਜੀ।
ਪ੍ਰਭੂ ਯਿਸੂ ਦਾ ਜੀ ਉੱਠਣਾ। ਸਬਤ ਦੇ ਪਿੱਛੋਂ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਸੂਰਜ ਨਿਕਲਣ ਤੋਂ ਪਹਿਲਾਂ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਦੇਖਣ ਲਈ ਗਈਆਂ। ਪਰ ਅਚਾਨਕ ਇੱਕ ਵੱਡਾ ਭੁਚਾਲ ਆਇਆ, ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉੱਤਰ ਆਇਆ। ਉਹ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ ਕੇ ਉਸ ਉੱਤੇ ਬੈਠ ਗਿਆ। ਉਹ ਦੇਖਣ ਵਿੱਚ ਬਿਜਲੀ ਦੀ ਤਰ੍ਹਾਂ ਸੀ ਅਤੇ ਉਸਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ। ਪਹਿਰੇਦਾਰ ਇੰਨੇ ਡਰ ਗਏ ਕਿ ਉਹ ਕੰਬਣ ਲੱਗ ਪਏ, ਇੱਥੋਂ ਤੱਕ ਕਿ ਉਹਨਾਂ ਤੇ ਬੇਹੋਸ਼ੀ ਛਾ ਗਈ। ਸਵਰਗਦੂਤ ਨੇ ਔਰਤ ਨੂੰ ਕਿਹਾ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ, ਜੋ ਸਲੀਬ ਦਿੱਤੇ ਗਏ ਸਨ। ਉਹ ਇੱਥੇ ਨਹੀਂ ਹਨ, ਉਹ ਆਪਣੇ ਵਚਨ ਦੇ ਅਨੁਸਾਰ ਜੀ ਉੱਠੇ ਹਨ। ਆਓ ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ। ਹੁਣ ਤੁਰੰਤ ਜਾਓ ਅਤੇ ਉਹਨਾਂ ਚੇਲਿਆਂ ਨੂੰ ਇਹ ਸ਼ੁਭ ਸਮਾਚਾਰ ਦੇਵੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਹਨ। ਉਹ ਤੁਹਾਡੇ ਅੱਗੇ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉਹਨਾਂ ਦੇ ਉੱਥੇ ਦਰਸ਼ਨ ਕਰੋਗੇ। ਯਾਦ ਰੱਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ। ਇਸ ਲਈ ਉਹ ਤੁਰੰਤ ਹੀ ਡਰਦੀਆਂ ਤੇ ਆਨੰਦ ਨਾਲ ਭਰੀਆਂ ਚਲੀਆਂ ਗਈਆਂ। ਉਹ ਦੌੜੀਆਂ ਕਿ ਜਾ ਕੇ ਯਿਸੂ ਦੇ ਚੇਲਿਆਂ ਨੂੰ ਇਹ ਖਬਰ ਦੇਣ। ਯਿਸੂ ਨੇ ਅਚਾਨਕ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਇਸ ਲਈ ਉਹ ਯਿਸੂ ਕੋਲ ਆਈਆਂ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਨੂੰ ਪ੍ਰਣਾਮ ਕੀਤਾ। ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਜਾਓ ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ, ਉਹ ਉੱਥੇ ਮੇਰਾ ਦਰਸ਼ਨ ਕਰਨਗੇ। ਦੇਖੋ ਕਿੰਨਾ ਨਜ਼ਦੀਕੀ ਦਾ ਇੱਥੇ ਰਿਸ਼ਤਾ ਆ। ਹੀ ਇਜ਼ ਅ ਰੈਜ਼ਰੈਕਟਡ ਲੋਰਡ। ਉਹ ਮੁਰਦਿਆਂ ਦੇ ਵਿੱਚੋਂ ਜਿੰਦਾ ਹੋਇਆ ਪ੍ਰਭੂ ਆ। ਉਸਨੇ ਮੌਤ ਦੇ ਉੱਤੇ ਫਤਿਹ ਪਾਈ ਆ ਤੇ ਕੀ ਕਹਿ ਰਿਹਾ, ਮੇਰੇ ਭਰਾਵਾਂ ਨੂੰ ਜਾ ਕੇ ਦੱਸੋ, ਮੇਰੇ ਭਰਾਵਾਂ ਨੂੰ ਜਾ ਕੇ ਦੱਸੋ। ਲੇਕਿਨ ਜਿਹੜੇ ਭਰਾ ਆ ਜਿਨ੍ਹਾਂ ਨੂੰ ਦੱਸਣਾ ਆ, ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਜੜ ਆ ਉਹ ਕੋੜੀ ਆ। ਉਹ ਇਸ ਚੀਜ਼ ਨੂੰ ਉਹ ਦੇਖਦੇ ਪਏ ਆ ਕਿ ਯਿਸੂ ਉੱਠ ਖੜਾ ਹੋਇਆ, ਤੇ ਲੇਕਿਨ ਉਹਦਾ ਦਾ ਵਿਸ਼ਵਾਸ ਕੱਚਾ ਆ। ਔਰ ਉਹ ਪ੍ਰਭੂ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੇ ਉੱਤੇ ਰਹਿਮ ਕੀਤੀ। ਉਸ ਦੇ ਲਈ ਅਸੀਂ ਲੂਕਾ ਦੇ ਵਿੱਚੋਂ ਇੱਕ ਹਿੱਸਾ ਦੇਖਾਂਗੇ ਜਿੱਥੇ ਪ੍ਰਭੂ ਆਪਣੇ ਚੇਲਿਆਂ ਦੇ ਕੋਲ ਆਏ ਆ ਔਰ ਉਹਨਾਂ ਨੂੰ ਉਸਨੇ 24ਵਾਂ ਭਾਵ ਅਸੀਂ ਉਸਦੀ 36 ਤੋਂ ਲੈ ਕੇ ਸਾਡੇ ਕੋਲ, ਚਲੋ ਕੋਈ ਨਹੀਂ ਪੜ੍ਹ ਲੈਂਦੇ, ਬਾਕੀ ਖਤਮ ਆਪਾਂ ਕੱਲ ਨੂੰ ਕਰ ਲਾਂਗੇ, ਨੋ ਪ੍ਰੋਬਲਮ। 36ਵਾਂ ਭਾਵ, ਕਿਉਂਕਿ ਇਹ ਜ਼ਰੂਰੀ ਆ ਪੜ੍ਹਨੇ ਹਿੱਸੇ। 36ਵਾਂ ਭਾਵ ਲੂਕਾ ਦਾ, ਨਹੀਂ 24ਵਾਂ ਭਾਵ 36 ਤੋਂ 49, ਸੌਰੀ 24ਵਾਂ ਭਾਵ ਔਰ ਇਸ ਦੀ 36 ਤੋਂ 49 ਆਇਤ ਤੱਕ ਅਸੀਂ देखेंगे। मैं पढ़ दूं? हाँ जी, हाँ जी। वे ये बातें कह ही रहे थे कि वह आपकी उनके बीच में आ खड़ा हुआ और उनसे कहा, तुम्हें शांति मिले। परंतु वे घबरा गए और डर गए और समझ गए कि हम किसी भूत को देखते हैं। उसने उनसे कहा, क्यों घबराते हो और तुम्हारे मन में क्यों संदेह उठते हैं? मेरे हाथ और मेरे पाँव को देखो, मैं वही हूँ, मुझे छूकर देखो, क्योंकि आत्मा के हड्डी मांस नहीं होता, जैसा मुझ में देखते हो। यह कहकर उसने उन्हें अपने हाथ पाँव दिखाए। जब आनंद के मारे उनको प्रतीति ना हुई और आश्चर्य करते थे उनसे पूछा, क्या यह हमारे पास कुछ भोजन है? उन्होंने उसे भुनी मछली का टुकड़ा दिया। उसने लेकर उनके सामने खाया। फिर उसने कहा, ये मेरी वे बातें हैं जो मैंने तुम्हारे साथ रहते हुए तुमसे कही थी, कि अवश्य है कि जितनी बातें मूसा की व्यवस्था और भविष्यवक्ताओं और भजनों की पुस्तकों में मेरे विषय में लिखी है, सब पूरी हो। तब उसने पवित्र शास्त्र भूंजने के लिए उनकी समझ खोल दी और उनसे कहा, यूं लिखा है कि मसीह दुख उठाएगा और तीसरे दिन मरे हुए से जी उठेगा और यरूशलेम में से लेकर सब जातियों में मन फिराव का और पापों की क्षमा का प्रचार और उसी के नाम से किया जाएगा।
तुम इन सब बातों के गवाह हो। और देखो, जिसकी प्रतिज्ञा मेरे पिता ने की है, मैं उसको तुम पर उतारूंगा, और जब तक स्वर्ग में सामर्थ ना पाओ, तब तक तुम इसी नगर में ठहरे रहो। Amen. एमएसी। ਹਾਂਜੀ, ਸੋ ਜਦੋਂ ਤੱਕ ਤੁਹਾਨੂੰ ਬਲ ਨਾ ਮਿਲੇ ਤੁਸੀਂ ਇੱਥੇ ਹੀ ਰਹੋ, ਇੱਥੇ ਹੀ ਰਹੋ, ਯਾਨੀ ਕਿ ਜਰੂਸਲਮ ਦੇ ਵਿੱਚ ਰਹੋ। ਕੀ ਪ੍ਰਭੂ ਯਿਸੂ ਇੱਥੇ ਕਹਿ ਰਹੇ ਹਨ? ਦੋ ਤਰ੍ਹਾਂ ਦੇ ਅਸੀਂ ਬੰਦੀ ਦੇਖੇ ਆ, ਇੱਕ ਜਿਹੜੇ ਬੰਦੀ ਬਣਾਇਓ ਆ ਤੇ ਦੂਜੇ ਜਿਹੜੇ ਬੰਦੀ ਬਣਿਓ। ਬੰਦੀ ਜਿਹੜੇ ਬਣਿਓ ਆ ਉਹ ਪ੍ਰਭੂ ਦੇ ਆਪਣੇ ਚੇਲੇ ਆ, ਉਹਨਾਂ ਦੇ ਉਹ ਹਾਲੇ ਤੱਕ ਉੱਥੇ ਤੱਕ ਨਹੀਂ ਪਹੁੰਚੇ। ਈਵਨ ਪ੍ਰਭੂ ਯਿਸੂ ਨੂੰ ਦੇਖ ਕੇ ਵੀ ਉਹ ਉੱਥੇ ਨਹੀਂ ਪਹੁੰਚੇ। ਸਾਰਾ ਪ੍ਰਭੂ ਯਿਸੂ ਦਾ ਉਹਨਾਂ ਨੇ ਸਭ ਕੁਝ ਦੇਖਿਆ, ਲੇਕਿਨ ਉੱਥੇ ਨਹੀਂ ਪਹੁੰਚੇ। ਸੋ ਉਹ ਬੰਦੀ ਬਣਿਓ। ਸੋ ਪ੍ਰਭੂ ਨੇ ਉਹਨਾਂ ਦੀ ਬੰਦਸ਼ ਤੋਂ ਉਹਨਾਂ ਨੂੰ ਛੁਟਕਾਰਾ ਦਿੱਤਾ, ਰਾਈਟ। ਸੋ ਉਹਨਾਂ ਦੀ ਜਿਹੜੀ ਬੰਦਗੀ ਸੀ ਉਹ ਨਾਲ ਲੈ ਗਿਆ। ਦੂਜੇ ਉਹ ਸੀ ਜਿਹੜੇ ਬੰਦੀ ਸੀਗੇ ਕਿ ਪਹਿਲਾਂ ਜਿਹੜੇ ਲੋਕ ਸੀਗੇ ਉਹ ਉਹਨਾਂ ਦਾ ਇੰਤਜ਼ਾਰ ਨਹੀਂ ਸੀ, ਉਹਨਾਂ ਦਾ ਵਿਸ਼ਵਾਸ ਨਹੀਂ ਸੀ ਕਰਦੇ, ਔਰ ਉਹਨਾਂ ਨੂੰ ਪ੍ਰਭੂ ਦੇ ਉਹਨਾਂ ਦੇ ਦਿਲ ਦੇ ਵਿੱਚ ਪਾਇਆ ਸੀ ਕਿ ਮਸੀਹਾ ਆਏਗਾ। ਨਬੀਆਂ ਨੇ ਬਹੁਤ ਦੁੱਖ ਉਠਾਏ। ਨਬੀਆਂ ਦਾ ਜੋ ਇਹਨਾਂ ਲੋਕਾਂ ਨੇ ਹਾਲ ਕੀਤਾ, ਜਦੋਂ ਅਸੀਂ ਦਾਨੀਏਲ ਦੀ ਪੁਸਤਕ ਪੜ੍ਹਦੇ ਪਏ ਸੀ ਉਦੋਂ ਅਸੀਂ ਸਾਰਿਆਂ ਨਬੀਆਂ ਨੂੰ ਉਹਨਾਂ ਨੂੰ ਦੇਖਿਆ ਸੀਗਾ, ਛੋਟੇ ਨਬੀਆਂ ਨੂੰ ਵੀ ਦੇਖਿਆ ਸੀ, ਵੱਡਿਆਂ ਨੂੰ ਵੀ ਦੇਖਿਆ ਸੀ, ਜੋ ਇਹਨਾਂ ਲੋਕਾਂ ਨੇ ਉਹਨਾਂ ਦਾ ਹਾਲ ਕੀਤਾ। ਉਹਨਾਂ ਨੂੰ ਗੰਦਗੀ ਦੇ ਖੂਹ ਦੇ ਵਿੱਚ ਸੁੱਟ ਦਿੱਤਾ। ਉਹਨਾਂ ਦੇ ਨਾਲ ਕੀ ਨਹੀਂ ਕੀਤਾ, ਸਭ ਕੁਛ ਕੀਤਾ, ਲੇਕਿਨ ਉਹ ਮਸੀਹ ਦੇ ਛੁਟਕਾਰੇ ਦੀ ਉਡੀਕ ਦੇ ਵਿੱਚ ਸੀ। ਔਰ ਉਹਨਾਂ ਦੇ ਦਿਲ 'ਚ ਇੱਕ ਗੁੱਸਾ ਵੀ ਸੀ। ਪਰ ਦੂਸਰੇ ਇਹ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਆਪ ਹੀ ਬੰਦੀ ਬਣਾਇਆ ਸੀ। ਤਾਂ ਪ੍ਰਭੂ ਨੇ ਇੱਕ ਤਾਂ ਜਿਸਲੇ ਉਹਨਾਂ ਦੀ ਬੁੱਧ ਖੋਲ ਦਿੱਤੀ, ਯਾਨੀ ਕਿ ਉਹਨਾਂ ਨੂੰ ਅੰਦਰਲੀ ਨਜ਼ਰ ਦੇ ਦਿੱਤੀ। ਦਾਊਦ ਨੇ ਕੀ ਕਿਹਾ ਸੀ? ਮੈਂ ਵਿਵਸਥਾ ਸਾਰਾ ਕੁਝ ਜਾਣਦਾ, ਪਰ ਤੂੰ ਮੇਰੀ ਕੰਨ ਖੋਲੇ। ਸੋ ਪ੍ਰਭੂ ਨੇ ਇਹਨਾਂ ਦੇ ਕੰਨ ਖੋਲੇ, ਔਰ ਜਿਸਲੇ ਪ੍ਰਭੂ ਨੇ ਇਹਨਾਂ ਦੇ ਕੰਨ ਖੋਲੇ ਤਾਂ ਪ੍ਰਭੂ ਦਾ ਰਹਿਮ ਇਹਨਾਂ ਬੰਦੀਆਂ ਦੇ ਉੱਤੇ ਹੋਇਆ। ਸੋ ਇਹਨਾਂ ਦੀ ਬੰਦਗੀ ਵੀ ਪ੍ਰਭੂ ਨਾਲ ਲੈ ਗਿਆ, ਤੇ ਉਹ ਜਿਹੜੇ ਬੰਦੀ ਸੀ ਵਿਚਾਰੇ ਕਬਰਾਂ ਦੇ ਵਿੱਚ ਪਏ ਸੀਗੇ, ਉਹ ਭਲੀਆਂ ਆਤਮਾਵਾਂ ਵੀ ਪ੍ਰਭੂ ਦੇ ਨਾਲ ਚਲੀਆਂ ਗਈਆਂ। ਕਿਸ ਦਿਨ ਚਲੀਆਂ ਗਈਆਂ ਅਸੀਂ ਹੁਣ ਇੱਥੇ ਦੇਖਾਂਗੇ, ਕਿਉਂਕਿ ਹੁਣ ਜਿਸਲੇ ਪ੍ਰਭੂ ਸਾਨੂੰ ਚੇਲਿਆਂ ਦੇ ਕਿਤਾਬ ਤੋਂ ਇਹ ਪਤਾ ਲੱਗਦਾ ਕਿ ਪ੍ਰਭੂ 40 ਦਿਨ ਉਹਨਾਂ ਨੂੰ ਦਰਸ਼ਨ ਦਿੰਦੇ ਰਹੇ। 40 ਦਿਨਾਂ ਤੋਂ ਬਾਅਦ ਜਿਸਲੇ ਪ੍ਰਭੂ ਸਵਰਗ ਦੇ ਵਿੱਚ ਉਠਾਏ ਜਾਣ ਦਾ ਜਿਸਲੇ ਉਹਨਾਂ ਦਾ ਸਮਾਂ ਆਇਆ, ਤੇ ਫਿਰ ਉਹ ਉਹਨਾਂ ਨੂੰ ਬੈਤਨੀਆਂ ਦੇ ਪਿੰਡ ਦੇ ਵਿੱਚ ਲੈ ਗਏ। ਇਸ ਅਸੀਂ ਇੱਥੋਂ ਹੀ ਪੜ੍ਹ ਲਾਂਗੇ, ਮੇਰੇ ਨਾਲ 50 ਤੋਂ ਲੈ ਕੇ 53 ਆਏ। ਦੇਖੋ, ਫਿਰ ਯਸੂ ਚੇਲਿਆਂ ਨੂੰ ਬੈਤਨੀਆਂ ਤੱਕ ਪਿੰਡ ਤੱਕ ਲੈ ਗਏ। ਉੱਥੇ ਆਪਣੇ ਹੱਥ ਉਤਾਂਹ ਚੁੱਕ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਅਤੇ ਆਸ਼ੀਰਵਾਦ ਦਿੰਦਿਆਂ ਹੋਇਆਂ ਹੀ ਯਸੂ ਨੇ ਉਹਨਾਂ ਤੋਂ ਵੱਖ ਹੋਏ ਤੇ ਸਵਰਗ ਦੇ ਵਿੱਚੋਂ ਉਠਾ ਲਏ ਗਏ। ਚੇਲਿਆਂ ਨੇ ਉਹਨਾਂ ਨੂੰ ਸੀਸ ਨਵਾਏ ਅਤੇ ਖੁਸ਼ੀ ਯਰੂਸ਼ਲਮ ਦੇ ਵਿੱਚ ਵਾਪਸ ਮੁੜ ਆਏ। ਉਹ ਨਿਤ ਮੰਦਿਰ ਵਿੱਚ ਰਹਿ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਸੀ। ਸੋ ਉਹ ਪ੍ਰਭੂ ਯਸੂ ਜਿਸ ਵੇਲੇ ਉਸਦੀ ਮੌਤ ਹੋਈ, ਔਰ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੂੰ ਕਬਰ ਦੇ ਵਿੱਚ ਰੱਖ ਦਿੱਤਾ ਸੀ। ਜਿੱਦਾਂ ਹੀ ਉਹਨਾਂ ਨੇ ਪ੍ਰਭੂ ਯਸੂ ਨੇ ਆਖਰੀ ਸਾਹ ਆਪਣੀ ਜਿਹੜਾ ਰੂਹ, ਜਿਹੜਾ ਉਹਦਾ ਸਾਹ ਆ, ਪ੍ਰਭੂ ਦਾ ਜਿਹੜਾ ਸਾਹ ਆ, ਜਿਸਲੇ ਉਸਨੇ ਉਸ ਨੂੰ ਵਾਪਸ ਕੀਤਾ, ਉਸਦੀ ਹਜ਼ੂਰੀ ਦੇ ਵਿੱਚ ਪੇਸ਼ ਕਰ ਦਿੱਤਾ ਕਿ ਬਾਪ ਮੈਂ ਆਪਣਾ ਸਾਥ ਤੈਨੂੰ ਦਿੰਦਾ, ਮੈਂ ਆਪਣਾ ਆਤਮਾ ਤੈਨੂੰ ਦਿੰਦਾ। ਔਰ ਉਹਨਾਂ ਨੇ ਸਿਰ ਸੁੱਟ ਕੇ ਪ੍ਰਾਣ ਤਿਆਗ ਦਿੱਤੇ। ਔਰ ਜਿੱਦਾਂ ਹੀ ਪ੍ਰਾਣ ਤਿਆਗੇ ਆ ਤਾਂ ਸਭ ਤੋਂ ਪਹਿਲਾਂ ਦਰਵਾਜ਼ਾ ਖੁੱਲ੍ਹਾ, ਸਾਡੇ ਸਾਰੀਆਂ ਕੌਮਾਂ ਦੇ ਦਰਵਾਜ਼ਾ ਖੁੱਲ੍ਹੇ। ਨਾਲ ਹੀ ਉਹ ਜਿਹੜੇ ਇੰਤਜ਼ਾਰ ਕਰ ਰਹੇ ਸੀ ਉਹਨਾਂ ਦੀਆਂ ਕਬਰਾਂ ਵੀ ਧੜਕ ਗਈਆਂ, ਔਰ ਜਿਸ ਵੇਲੇ ਇੱਥੇ ਪ੍ਰਭੂ ਯਸੂ ਉਠਾਏ ਗਏ ਆ ਤਾਂ ਉਹਨਾਂ ਸਭ ਨੂੰ ਆਪਣੇ ਜਿਹੜੇ ਬੰਦੀ ਸੀ ਔਰ ਜਿਹੜੇ ਪਿਛਲੇ ਸਮੇਂ ਦੇ ਸੀ ਜਿਨ੍ਹਾਂ ਦੀਆਂ ਕਬਰਾਂ ਤਿੜਕੀਆਂ, ਪ੍ਰਭੂ ਉਹਨਾਂ ਨੂੰ ਨਾਲ ਲੈ ਗਏ ਤੇ
ਜਿਹੜੇ ਧਰਤੀ ਤੇ ਹਾਲੇ ਸੀ ਉਹਨਾਂ ਦਾ ਬੰਦੀਪੁਣਾ ਉਹਨਾਂ ਨੂੰ ਛੁਟਕਾਰਾ ਦੇ ਦਿੱਤਾ, ਉਹਨਾਂ ਦੇ ਕੰਨ ਖੋਲ ਦਿੱਤੇ ਕਿ ਉਹ ਪ੍ਰਭੂ ਨੂੰ ਜਾਣ ਸਕਣ। ਔਰ ਇਹ ਪ੍ਰਭੂ ਨੇ ਵੱਡੀ ਰਹਿਮ ਕੀਤੀ ਔਰ ਇਸ ਕਰਕੇ ਉਹਨਾਂ ਨੂੰ, ਇਹਨਾਂ ਹੀ ਬੰਦੀਆਂ ਨੂੰ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਗਏ ਆ। ਔਰ ਜਿਸ ਵੇਲੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਇੱਕੋ ਹੀ ਹਿੱਸਾ ਅੱਜ ਹੋਰ ਪੜ੍ਹਾਂਗੇ, ਉਸ ਤੋਂ ਬਾਅਦ ਦੁਆ ਕਰਾਂਗੇ। ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਦੇ ਵਿੱਚ ਉਸ ਦਾ ਪੰਜਵਾਂ ਭਾਗ, ਪੰਜਵਾਂ ਭਾਵ ਇਹ ਨੋਟ ਲਿਖ ਲਿਓ, ਮੈਂ ਲਿਖਿਆ ਨਹੀਂ ਇਹ ਨੋਟ। ਹਾਂ, 6ਵਾਂ ਭਾਵ। ਔਰ ਸੀਲਾਂ ਖੋਲੀਆਂ ਜਾ ਰਹੀਆਂ। ਹੁਣ ਉਹ ਜਿਨ੍ਹਾਂ ਨੂੰ ਪ੍ਰਭੂ ਨਾਲ ਲੈ ਕੇ ਗਿਆ ਹੈ, ਜਿਨ੍ਹਾਂ ਵਿਚਾਰਿਆਂ ਨੇ ਇੰਨੀ ਦੇਰ ਇੰਤਜ਼ਾਰ ਕੀਤਾ, ਜਿਹੜੇ ਵਿਚਾਰੇ ਜਿਨ੍ਹਾਂ ਨੂੰ ਨਾ ਜੀਂਦਿਆਂ ਨੂੰ ਜੀਣ ਦਿੱਤਾ, ਨਾ ਮਰਿਆਂ ਨੂੰ ਮਰਨ ਦਿੱਤਾ, ਉਹਨਾਂ ਲੋਕਾਂ ਨੇ, ਉਹਨਾਂ ਦੀ ਇੱਥੇ ਹੁਣ ਗੱਲ ਹੋ ਰਹੀ ਹੈ। ਛੋਟਾ ਜਿਹਾ ਹਿੱਸਾ ਹੈ, ਇਸ ਨੂੰ ਪੜਾਂਗੇ ਔਰ ਫਿਰ ਅਸੀਂ ਅੱਜ ਦਾ ਦਿਨ ਪੂਰਾ ਕਰਾਂਗੇ। ਮੇਰੇ ਨਾਲ 6ਵਾਂ ਭਾਵ ਪੰਨਾ 471 ਉਸ ਦੀ 9 ਤੋਂ ਲੈ ਕੇ ਤੇ 9 ਤੋਂ 11 ਆਇਤਾਂ, 3 ਆਇਤਾਂ ਸੀ, ਜਿਸ ਨੂੰ ਫਿਰ ਜਦੋਂ ਮੇਮਨੇ ਨੇ ਪੰਜਵੀਂ ਸੀਲ ਤੋੜੀ ਤਾਂ ਮੈਂ ਵੇਦੀ ਦੇ ਹੇਠ ਉਹਨਾਂ ਸਭ ਮਨੁੱਖਾਂ ਦੀਆਂ ਆਤਮਾਵਾਂ ਦੇਖੀਆਂ ਜੋ ਪਰਮੇਸ਼ਰ ਦੇ ਸੰਦੇਸ਼ ਅਤੇ ਆਪਣੀ ਦਿੱਤੀ ਗਵਾਹੀ ਦੇ ਕਾਰਨ ਕਤਲ ਕੀਤੇ ਗਏ ਸਨ। ਉਸ ਸਮੇਂ ਉਹ ਉੱਚੀ ਆਵਾਜ਼ ਨਾਲ ਬੋਲੇ, ਮਾਲਕ ਤੂੰ ਪਵਿੱਤਰ ਅਤੇ ਸੱਚਾ ਹੈ, ਤੂੰ ਹੋਰ ਕਿੰਨਾ ਚਿਰ ਸਾਡਾ ਨਿਆਂ ਕਰਨ ਵਿੱਚ ਲਾਵੇਂਗਾ ਅਤੇ ਸਾਡੀ ਮੌਤ ਦਾ ਬਦਲਾ ਧਰਤੀ ਨਿਵਾਸੀਆਂ ਤੋਂ ਲਵੇਂਗਾ। ਉਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਇੱਕ ਚਿੱਟਾ ਪਹਿਰਾਵਾ ਦਿੱਤਾ ਗਿਆ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਕੁਝ ਚਿਰ ਦੇ ਲਈ ਹੋਰ ਆਰਾਮ ਕਰਨ, ਜਦੋਂ ਤੱਕ ਕਿ ਉਹਨਾਂ ਦੇ ਸਾਥੀ ਸੇਵਾਦਾਰ ਅਤੇ ਭਰਾਵਾਂ ਦੀ ਗਿਣਤੀ ਪੂਰੀ ਨਾ ਹੋ ਜਾਵੇ ਜੋ ਕਤਲ ਕੀਤੇ ਜਾਣਗੇ, ਜੋ ਕਤਲ ਕੀਤੇ ਜਾਣਗੇ। ਯਾਨੀ ਕਿ ਇਸ ਸਮੇਂ ਦੇ ਵਿੱਚ ਗਾਂ 1,44,000 ਆਉਣੇ ਆ, ਹੋਰ ਅਸੀਂ ਬਹੁਤ ਕੁਝ ਦੇਖਦੇ ਹਾਂ। ਲੇਕਿਨ ਇਹਨਾਂ ਦੇ ਵਿੱਚ ਤੇ ਜਿਹੜੇ ਬਚੇ ਹੋਏ ਲੋਕ ਜਿਹੜੇ ਪ੍ਰਭੂ ਦੇ ਕੋਲ ਪਹੁੰਚੇ ਆ, ਉਹਨਾਂ ਦੇ ਵਿੱਚ ਬਹੁਤ ਫਰਕ ਆ। ਜਿਹੜੇ ਬਚੇ ਹੋਏ ਲੋਕ ਆ, ਉਹ ਜਿਸ ਵੇਲੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪੇਸ਼ ਹੋਏ ਆ, ਜਿਹੜੇ ਯਸੂ ਦੇ ਰਾਹੀਂ ਬਚਾਏ ਗਏ ਆ, ਉਹ ਇਹ ਚੀਜ਼ ਨਹੀਂ ਕਹਿ ਰਹੇ, ਉਹ ਬਿਲਕੁਲ ਵੱਖਰੀ ਚੀਜ਼ ਕਹਿ ਰਹੇ ਆ। ਅਗਰ ਤੁਸੀਂ ਮੇਰੇ ਨਾਲ ਪੇਜ ਪਲਟੋ, 7ਵਾਂ ਭਾਵ ਦੀ 9ਵੀਂ ਆਇਤ ਤੋਂ ਮੈਂ ਹੀ ਪੜ੍ਹ ਦਿੰਦਾ। ਦੇਖੋ, ਕਹਿੰਦਾ ਇਸ ਦੇ ਪਿੱਛੋਂ ਮੈਂ ਇੱਕ ਵੱਡੀ ਭੀੜ ਜੋ ਨੂੰ ਤਖਤ ਅਤੇ ਮੇਮਣੇ ਦੇ ਸਾਹਮਣੇ ਖੜੇ ਦੇਖਿਆ। ਉਸ ਭੀੜ ਦੀ ਗਿਣਤੀ ਕੋਈ ਮਨੁੱਖ ਨਹੀਂ ਸੀ ਕਰ ਸਕਦਾ। ਉਸ ਭੀੜ ਦੇ ਵਿੱਚ ਹਰ ਕੌਮ, ਕਬੀਲੇ, ਦੇਸ਼ ਤੇ ਬੋਲੀ ਦੇ ਲੋਕ ਸਨ। ਉਹ ਸਭ ਚਿੱਟੇ ਕੱਪੜੇ ਪਾਏ, ਹੱਥਾਂ ਵਿੱਚ ਖਜੂਰ ਦੀਆਂ ਟਾਹਣੀਆਂ ਲਈ ਖੜੇ ਸਨ। ਉਹ ਉੱਚੀ ਆਵਾਜ਼ ਦੇ ਨਾਲ ਬੋਲੇ, ਮੁਕਤੀ ਦਾਤਾ, ਮੁਕਤੀ ਸਾਡੇ ਪਰਮੇਸ਼ਰ ਜੋ ਤਖਤ ਤੇ ਬੈਠਾ ਹੈ ਅਤੇ ਮੇਮਣੇ ਤੋਂ ਹੈ। ਅਤੇ ਉਸ ਸਮੇਂ ਤਖਤ ਤੇ ਚਾਰੇ ਪਾਸੇ ਸਰਦੂਤਾਂ, ਬਜ਼ੁਰਗਾਂ ਅਤੇ ਚਾਰਾਂ ਜਾਨਦਾਰਾਂ ਨੇ ਧਰਤੀ ਤੇ ਮੂੰਹ ਪਾੜ ਡੇਕ ਕੇ ਪ੍ਰਣਾਮ ਕੀਤਾ ਅਤੇ ਨਾਲ ਹੀ ਕਿਹਾ, ਆਮੀਨ। ਸਾਡਾ ਪਰਮੇਸ਼ਰ ਦੀ ਮਹਿਮਾ, ਮਾਣ, ਬੁੱਧ, ਧੰਨਵਾਦ, ਆਦਰ, ਅਧਿਕਾਰ ਅਤੇ ਸ਼ਕਤੀ ਅਨੰਤ ਕਾਲ ਤੱਕ। ਤੁਸੀਂ ਕੀ ਦੇਖਦੇ ਪਏ ਹੋ? ਜਿਸ ਵੇਲੇ ਉਸਨੇ ਕਿਹਾ ਕਿ ਉਹ ਧਰਤੀ ਦੀਆਂ ਨਿਮਾਈਆਂ ਤੇ ਗਿਆ ਤੇ ਉਸ ਦਾ ਪ੍ਰਭੂ ਯਿਸੂ ਮਸੀਹ ਦਾ ਦਬਾਉਣਾ ਸੀਗਾ। ਲੇਕਿਨ ਜਦ ਉਸਦੀ ਜਦ ਮੌਤ ਹੋਈ ਆ, ਉਸ ਮੌਤ ਦੇ ਨਾਲ ਮੁਕਤੀ ਦਾਤੇ ਦੀ ਕੀਮਤ ਪੂਰੀ ਹੋਈ। ਉਸਦੇ ਨਾਲ ਉਹ ਮੁਕਤੀ ਦਾਤਾ ਬਣਿਆ। ਉਸਨੇ ਦਰਵਾਜ਼ਾ ਖੋਲਿਆ ਜਿਹਦੇ ਨਾਲ ਅਸੀਂ 7ਵੇਂ ਭਾਵ ਦੇ ਵਿੱਚ ਜਿਹੜੇ ਲੋਕ ਜਿਹੜੇ ਅੰਦਰ ਉਸ ਦਰਵਾਜ਼ੇ ਦੇ ਰਾਹੀਂ ਅੰਦਰ ਗਏ, ਜਿਨ੍ਹਾਂ ਦੇ ਲਈ ਰਸਤਾ ਇਹ ਸੀ, ਉਹ ਅੰਦਰ ਗਏ ਉਹ ਲੋਕ। ਪਰ ਜਿਨ੍ਹਾਂ ਦੀਆਂ ਕਬਰਾਂ ਤੜਕੀਆਂ, ਜਿਨ੍ਹਾਂ ਨੂੰ ਪ੍ਰਭੂ ਨਾਲ ਲੈ ਕੇ ਗਿਆ, ਉਹ ਜ਼ਖਮੀ ਲੋਕ ਜਿਹੜੇ ਪ੍ਰਭੂ ਦੀ ਹਜ਼ੂਰੀ 'ਚ ਹਮੇਸ਼ਾ ਰਹਿੰਦੇ, ਉਹ ਲੋਕ ਆ ਜਿਨ੍ਹਾਂ ਨੂੰ ਪ੍ਰਭੂ। ਔਰ ਇਹ ਮੇਰੀ ਮੰਦ ਬੁੱਧੀ ਨੂੰ ਪ੍ਰਭੂ ਨੇ ਇੰਨਾ ਕੁ ਸਮਝਾਇਆ ਕਿ ਬਾਕੀ ਪ੍ਰਭੂ ਤੁਹਾਨੂੰ ਇਸ ਤੋਂ ਵੱਧ ਦਿਖਾਏ। ਇਹ ਮੇਰੀ ਤੁਹਾਡੇ ਸਭ ਦੇ ਲਈ। ਕੱਲ ਨੂੰ ਅਸੀਂ ਥੋੜਾ ਜਿਹਾ ਇਸ ਦੇ ਵਿੱਚ ਹੋਰ ਦੇਖਾਂਗੇ। ਫਿਰ ਆਪਾਂ ਇਹਦੇ ਵਿੱਚ ਸਾਡੇ 2 ਦਿਨ ਲੱਗ ਜਾਣੇ ਇਸ ਚੈਪਟਰ ਦੇ ਵਿੱਚ। ਸੋ ਕੱਲ ਨੂੰ ਅਸੀਂ ਇਹਨਾਂ ਹਿੱਸਿਆਂ ਨੂੰ ਇੱਕ ਵੱਖਰੇ ਐਂਗਲ ਦੇ ਨਾਲ ਦੇਖਾਂਗੇ ਔਰ ਇਸ ਦੇ ਵਿੱਚ ਸਾਡੀ ਕੀ ਬਰਕਤ ਆ ਉਸ ਨੂੰ ਦੇਖਾਂਗੇ ਔਰ ਫਿਰ ਅਸੀਂ ਜਿੱਦਾਂ ਪ੍ਰਭੂ ਸਾਨੂੰ ਅੱਗੇ ਲੈ ਕੇ जाएगा। मेरी एक prayer request है मेरे लिए। I'm going through the depression, you know that, right? क्योंकि मैं more than
month and a half I'm staying home. ਤਾਂ ਮੇਰੇ ਲਈ ਦੁਆ ਕਰੋ ਕਿਉਂਕਿ ਜਿਹੜੀ ਡਿਪਰੈਸ਼ਨ ਦੇ ਨਾਲ ਨਾ ਮੇਰੀ body it's going more down and I had a lot of pains in my bones now, so I can't move myself much. Oh yeah, your bones hurt. It's very hurt, yeah. So please ਇਹਦੇ ਲਈ ਮੇਰੇ ਲਈ ਦੁਆ ਕਰਿਓ, ਨਾਲ prayer ਚ remember ਰੱਖਿਓ ਮੈਨੂੰ ਕਿ ਜਲਦੀ ਠੀਕ ਹੋ ਸਕੇ। Okay, ਪ੍ਰਭੂ ਦਾ ਸ਼ੁਕਰ ਆ ਕਿ ਸਾਰੇ ਭੈਣ ਭਰਾ ਬੈਠੇ ਆ, ਪਰਿਵਾਰ ਆ, ਅਸੀਂ ਇੱਕ ਭਾਵੇਂ ਅਸੀਂ ਇੱਕ ਦੂਜੇ ਨੂੰ ਇਸ ਜ਼ੂਮ ਦੇ ਰਾਹੀਂ ਦੇਖ ਰਹੇ ਹਾਂ, ਔਰ ਪ੍ਰਭੂ ਦਾ ਇਸ ਦੇ ਲਈ ਵੀ ਸ਼ੁਕਰ ਆ, ਲੇਕਿਨ ਅਸੀਂ ਫਿਰ ਵੀ ਪਰਿਵਾਰ ਆ ਔਰ ਇੱਕ ਸਰੀਰ ਆ, ਮਸੀਹ ਦਾ ਸਰੀਰ। ਸੋ ਮੈਂ ਆਪਣੀ ਭੈਣ ਦੇ ਲਈ ਦੁਆ ਕਰਦਾ, ਪਰ ਮੈਂ ਸਾਰੇ ਭੈਣ ਭਰਾਵਾਂ ਨੂੰ ਕਹੂੰਗਾ ਕਿ ਕੱਲ੍ਹ ਨੂੰ ਅਸੀਂ ਭੈਣ ਦੇ ਲਈ ਮੈਂ ਮੌਕਾ ਦਊਂਗਾ, ਸਭ ਤੋਂ ਪਹਿਲਾਂ ਅਸੀਂ ਆਪਣੀ ਭੈਣ ਦੇ ਲਈ ਦੁਆ ਕਰਾਂਗੇ ਔਰ ਆਪਣੀ ਭੈਣ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇਵਾਂਗੇ ਤਾਂ ਕਿ ਖੁਦਾਵੰਦ ਇਸ ਦੇ ਉੱਤੇ ਰਹਿਣ ਕਰੇ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਮੈਂ ਤੇਰਾ ਬਹੁਤ ਤੇਰੇ ਉਸ ਰਹਿਮ ਦੇ ਲਈ ਤੇਰਾ ਸ਼ੁਕਰ ਕਰਦਾ ਜੋ ਤੂੰ ਸਾਨੂੰ ਬਖਸ਼ੀ। ਖੁਦਾਵੰਦ, ਇਹ ਇੱਕ ਐਸੀ ਹਾਲਤ ਆ ਜਿਸ ਦੇ ਵਿੱਚੋਂ ਦੀ ਪ੍ਰਭੂ ਜੀ ਤੇਰੇ ਨਬੀ ਨਿਕਲੇ, ਔਰ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ ਯਸਾਇਆ ਨਬੀ ਵਰਗੇ ਇਹਦੇ ਵਿੱਚੋਂ ਦੀ ਨਿਕਲੇ ਆ। ਜਰਮਾਇਆ ਜਿਸ ਨੇ ਸਾਰਾ ਵਿਰਲਾਪ ਲਿਖਿਆ ਪ੍ਰਭੂ ਜੀ, ਉਹ ਇਸ ਦੇ ਵਿੱਚ ਦੀ ਨਿਕਲੇ। ਔਰ ਖੁਦਾਵੰਦ, ਦਾਨੀਅਲ ਵਰਗੇ ਉਸ ਦੇ ਮਿੱਤਰਾਂ ਦੇ ਜੋ ਸਭ ਤੋਂ ਵੱਡਾ ਵਿਰਸਾ ਉਹਨਾਂ ਨੂੰ ਮਿਲਿਆ ਸੀ ਕਿ ਉਹਨਾਂ ਦੇ ਨਾਮ ਪਰਮੇਸ਼ਵਰ ਦੇ ਨਾਮ ਤੇ ਰੱਖੇ ਗਏ ਸੀ, ਲੇਕਿਨ ਉਹਨਾਂ ਦੇ ਨਾਮ ਬਦਲ ਕੇ ਦੇਵਤਿਆਂ ਦੇ ਨਾਮ ਦੇ ਪਿੱਛੇ ਰੱਖ ਦਿੱਤੇ ਗਏ। ਪ੍ਰਭੂ ਜੀ, ਉਹ ਇਸ ਚੀਜ਼ ਦੇ ਵਿੱਚ ਦੀ ਗੁਜ਼ਰੇ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿਉਂਕਿ ਉਸ ਗਤਸਮਨੀ ਦੇ ਬਾਗ ਦੇ ਵਿੱਚ ਤੂੰ ਖੁਦ ਇਹਦੇ ਵਿੱਚ ਦੀ ਗੁਜ਼ਰੀ ਤੇ ਮੱਥੇ ਦਾ ਪਸੀਨਾ ਤੇ ਤੇਰਾ ਖੂਨ ਤਿਵਕੇ ਬਣ ਕੇ ਡਿੱਗ ਰਿਹਾ ਸੀ। ਸੋ ਪ੍ਰਭੂ ਜੀ, ਕੋਈ ਚੀਜ਼ ਐਸੀ ਨਹੀਂ ਜੋ ਤੂੰ ਆਪਣੇ ਸਰੀਰ ਤੇ ਨਾ ਹੰਡਾਈ ਹੋਵੇ। ਇਸ ਕਰਕੇ ਪਿਆਰੇ ਬਾਪ, ਤੂੰ ਸਾਨੂੰ ਜਾਣਦਾ, ਤੂੰ ਸਾਨੂੰ ਆਪਣੇ ਭੈਣ ਔਰ ਸਾਡੇ ਆਪਣੇ ਭਰਾ ਕਿਹਾ। ਪਰ ਤੇਰਾ ਅਸੀਂ ਸ਼ੁਕਰ ਕਰਦੇ ਹਾਂ ਕਿ ਸਾਨੂੰ ਸਭ ਨੂੰ ਇੱਕ ਹੀ ਆਤਮਾ ਪੀਣ ਦੇ ਲਈ ਦਿੱਤਾ ਗਿਆ, ਇੱਕ ਹੀ ਆਤਮਾ ਦੇ ਨਾਲ ਮੋਹਰ ਬੰਦ ਕੀਤਾ ਗਿਆ, ਸਾਡੇ ਮੱਥੇ ਤੇ ਮੋਹਰਾਂ ਲਾਈਆਂ ਗਈਆਂ। ਔਰ ਪ੍ਰਭੂ ਜੀ, ਇੱਕ ਹੀ ਆਤਮਾ ਜੋ ਸਾਡਾ ਸਿੱਖਿਅਕ ਆ, ਇੱਕ ਹੀ ਆਤਮਾ ਜੋ ਸਾਡਾ ਸਹਾਈ ਆ, ਉਹੀ ਆਤਮਾ ਜੋ ਤੇਰੀ ਸ਼ਾਂਤੀ ਸਾਨੂੰ ਦਿੰਦਾ ਤੇ ਉਹੀ ਆਤਮਾ ਜੋ ਤੇਰਾ ਆਰਾਮ ਸਾਡੀ ਭੈਣ ਨੂੰ ਇਹਨਾਂ ਸਭ ਚੀਜ਼ਾਂ ਵਿੱਚ। ਪ੍ਰਭੂ ਜੀ, ਅੰਤ ਕਰਨ ਦੀ ਖੁਸ਼ੀ ਦੀ ਜ਼ਰੂਰਤ ਹੈ। ਇਸ ਵੇਲੇ ਮੇਰੇ ਭੈਣ ਦੇ ਅੰਤ ਕਰਨ ਨੂੰ ਆਪਣੀ ਖੁਸ਼ੀ ਦੇ ਨਾਲ हे ਪ੍ਰਭੂ ਜੀ, ਆਪਣੇ ਹੱਥ ਦੇ ਨਾਲ ਛੂ ਔਰ ਆਪਣੀ ਬੰਦੀ ਨੂੰ ਤੰਦਰੁਸਤੀ ਦਾ ਦਾਨ ਬਖਸ਼। ਇਹ ਸਭ ਪ੍ਰਭੂ ਜੀ ਤੇਰੇ ਨਾਮ ਦੇ ਕਰਕੇ ਸਾਨੂੰ, ਔਰ ਅਸੀਂ ਸਾਰੇ ਭੈਣ ਭਰਾ ਅਗਰੀ ਕਰਦੇ ਹਾਂ ਕਿ ਇਸ ਵੇਲੇ ਸਾਡੀ ਭੈਣ ਨੂੰ ਤੂੰ ਆਪਣੀ ਕਿਰਪਾ ਦੇ ਨਾਲ, ਆਪਣੀ ਦਇਆ ਦੇ ਨਾਲ ਪ੍ਰਭੂ ਜੀ ਸੰਭਾਲ। ਤੇਰਾ ਪਵਿੱਤਰ ਖੂਨ ਅਸੀਂ ਆਪਣੀ ਭੈਣ ਤੇ ਲਾਉਂਦੇ ਹਾਂ ਪ੍ਰਭੂ ਜੀ, ਔਰ ਇਸ ਨੂੰ ਪ੍ਰਭੂ ਜੀ ਤੇਰੇ ਹੱਥਾਂ ਦੇ ਪਹਿਰੇ ਦੇ ਹੇਠ ਦਿੰਦੇ। ਇਸ ਦੇ ਆਲੇ ਦੁਆਲੇ ਪ੍ਰਭੂ ਜੀ ਤੂੰ ਉਹ ਬਾੜ ਲਾ ਦੇ ਜਿਸ ਦਾ ਪ੍ਰਭੂ ਜੀ ਸੱਚਮੁੱਚ ਤੂੰ ਸਾਨੂੰ ਵਾਅਦਾ ਕੀਤਾ। ਤੇਰੀ ਆਤਮਾ ਦੀ ਬਾੜ ਇਸ ਦੇ ਆਲੇ ਦੁਆਲੇ ਘੇਰਾ ਪਾ। ਮੇਰੇ ਪਿਆਰੇ ਪ੍ਰਭੂ, ਮੇਰੀ ਭੈਣ ਨੂੰ ਤੂੰ ਆਪਣੀ ਖੁਸ਼ੀ ਤੇ, ਆਪਣੇ ਦਿਲ ਦੀ ਖੁਸ਼ੀ ਤੇ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਅੱਜ ਅਸੀਂ ਤੇਰੇ ਵਚਨ ਨੂੰ ਪੜ੍ਹ ਸਕੇ। ਤੇਰੇ ਇਸ ਵਚਨ ਦੇ ਵਿੱਚੋਂ ਪ੍ਰਭੂ ਜੀ ਅਸੀਂ ਤੇਰੇ ਵੱਡਿਆਂ ਕੰਮਾਂ ਨੂੰ ਦੇਖ ਸਕੇ, ਤੇਰਿਆਂ ਲੋਕਾਂ ਦੇ ਇੰਤਜ਼ਾਰ ਨੂੰ ਦੇਖ ਸਕੇ, ਉਸ ਦਰਵਾਜ਼ੇ ਨੂੰ ਦੇਖ ਸਕੇ ਜੋ ਸਾਡੇ ਲਈ ਖੋਲ ਦਿੱਤਾ ਗਿਆ,
उस मंजर नूं देख सके प्रभु जी जिस वेले साडियां कबरां भी तड़काइयां जाणगियां और आज साडे ये शरीर भी प्रभु जी संपूर्ण होके तेरी हजूरी दे विच आउणगे। जिस तरह तू मुर्दियां दे विचों प्रभु जी जिंदा होया उस तरह सानू भी कीता जाए। तेरा शुक्र प्यारे प्रभु, साडे अगे साडे पिछे सज्जे खब्बे ऊपर और थले पैरां दे थले तेरा छोटा रास्ता, अगे पिछे सज्जे खब्बे तेरी दया तेरी कृपा तेरी शांति तेरा आराम तेरी राखी, स्वर्ग तो तेरी निगाहबानी और अंदर प्रभु दी आत्मा दी हजूरी। प्यारे प्रभु, तेरी निगाहबानी बेटे दा साथ और पवित्र आत्मा की भरपूरी साडे सब दे नाल बनदी। जदों तक असीं दोबारा मिलिए प्रभु जी, तू सानू अपनी दया और प्यार दे नाल सांभ के रखी। मसीह यीशु दे मिठे और प्यारे नाम च bless you we will spend some time sister जी अगर हो सके तो मैं तुहानू कल नू पहला फोन करूंगा। I will bless you।